ਅਸੀਂ ਇੱਕ ਖਾਸ ਵੈਬਿਨਾਰ ਬੁੱਧਵਾਰ ਨੂੰ ਵੈਡਨਸਡੇ ਨੂੰ ਰਾਤੀ 8 ਵਜੇ ਕੈਨੇਡੀਅਨ ਟਾਈਮ ਕਰੋ। ਹੁਣ ਇੰਡੀਆ ਦੇ ਵਿੱਚ ਵੱਡੀ ਪ੍ਰੋਬਲਮ ਹੈ ਕਿ ਹਰੇਕ ਬੰਦਾ ਆਪਣੇ ਆਪ ਨੂੰ ਲਾਇਸੈਂਸ ਇਮੀਗ੍ਰੇਸ਼ਨ ਕੰਸਲਟੈਂਟ ਕਹਿ ਲੈਂਦਾ ਹੈ। ਇੰਡੀਅਨ ਲਾਇਸੈਂਸ ਕੰਸਲਟੈਂਟ ਮੀਨਸ ਨਥਿੰਗ ਟੂ ਕੈਨੇਡਾ। ਉਸ ਦੇ ਵਿੱਚ 30,000 ਦਾ ਕੋਟਾ ਸੀ ਤੇ ਅਜੇ ਤੱਕ 10,000 ਪੂਰਾ ਹੋਇਆ ਆ। ਐਸੈਂਸ਼ੀਅਲ ਦੇ ਵਿੱਚ ਜਿਹੜੇ ਆਉਂਦੇ ਆ ਉਹਨਾਂ ਦਾ 20,000 ਦਾ ਕੋਟਾ ਸੀ ਤੇ ਅਜੇ ਤੱਕ 5,000 ਨਹੀਂ ਪੂਰਾ ਹੋ ਸਕਿਆ। ਅੱਜ ਆਪਾਂ ਸੰਦੀਪ ਜੀ ਨਾਲ ਗੱਲ ਕਰਨ ਜਾ ਰਹੇ ਹਾਂ ਕਿ 15,000 ਬੱਚੇ ਨੇ ਜਿਨ੍ਹਾਂ ਦੇ ਵੀਜ਼ੇ ਪੈਂਡਿੰਗ ਨੇ। ਪਹਿਲਾ। ਦੂਸਰਾ, ਹੈਲਥ ਵਰਕਰਸ ਦੀ ਉੱਥੇ ਕੀ ਰਿਕੁਆਇਰਮੈਂਟ ਹੈ, ਕੀ ਉਹਨਾਂ ਦੀ ਕੁਆਲੀਫਿਕੇਸ਼ਨ ਚਾਹੀਦੀ ਹੈ। ਤੀਸਰਾ, ਇਹਨਾਂ ਦਾ ਇੱਕ ਵੈਬਿਨਾਰ ਹੈ ਜਿਹੜਾ ਕਿ ਇਹ ਆਰਗੇਨਾਈਜ਼ ਕਰਾ ਰਹੇ ਨੇ ਵੈਨਸਡੇ ਨੂੰ। ਸਾਡੇ ਵੱਲੋਂ ਅਸੀਂ ਉਹਨਾਂ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਕਿ ਅਸੀਂ ਕੋਈ ਪੈਸੇ ਨਹੀਂ ਚਾਰਜ ਕਰ ਰਹੇ ਆਪਣੀ ਸਰਵਿਸਿਜ਼ ਲਈ। ਸੋ ਬਹੁਤ ਵਧੀਆ ਸਵਾਲ ਹੈ ਵੀ ਤੁਹਾਡਾ। ਅੱਜ ਤੋਂ 2-3 ਦਿਨ ਪਹਿਲਾਂ ਕੈਨੇਡਾ ਦੀ ਸਰਕਾਰ ਨੇ ਇੱਕ ਅਨਾਉਂਸਮੈਂਟ ਕੀਤੀ ਆ। ਹੁਣ ਇਹ ਬੜੀ ਖਤਰਨਾਕ ਚੀਜ਼ ਹੈਗੀ ਹੈ ਕਿਉਂਕਿ ਜਿਹੜੇ ਬੱਚਿਆਂ ਨੂੰ 150 ਦਿਨ ਤੋਂ ਉੱਪਰ ਹੋ ਗਿਆ ਆ, ਜਿਨ੍ਹਾਂ ਨੂੰ ਕੈਨੇਡਾ ਦੀ ਸਰਕਾਰ ਗੋਸਟ ਕੰਸਲਟੈਂਸੀ ਕਹਿੰਦੀ, ਉਹ ਇੱਕ ਵਾਰੀ ਫਾਈਲਿੰਗ ਲਾਉਣ ਤੋਂ ਬਾਅਦ ਚੋਂ ਕੋਈ ਫੋਲੋ ਅਪ ਨਹੀਂ ਹੁੰਦਾ। ਉਹਨਾਂ ਦਾ ਕੋਈ ਵੀ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਫਾਈਲ ਕਿੱਥੇ ਖੜੀ ਹੈ। ਕਿ ਹਰੇਕ ਇੰਨੀ ਜ਼ਿਆਦਾ ਡਿਮਾਂਡ ਆ ਤੇ ਉਹ ਡਿਮਾਂਡ ਪੂਰੀ ਹੋ ਹੀ ਨਹੀਂ ਪਾ ਰਹੀ ਆ। ਪੰਜਾਬ ਦੇ ਵਿੱਚ ਬਹੁਤ ਵੱਡਾ ਇੱਕ ਮਸਲਾ ਹੈ ਕਿ ਸਹੀ ਕੰਸਲਟੈਂਟ ਜਾਂ ਸਹੀ ਐਡਵਾਈਜ਼ਰ ਜਿਹਨੂੰ ਕਹੀਏ ਆਪਾਂ, ਉਹਨੂੰ ਲੱਭਣਾ। ਅੱਜ ਆਪਾਂ ਸੰਦੀਪ ਜੀ ਨਾਲ ਗੱਲ ਕਰਨ ਜਾ ਰਹੇ ਹਾਂ ਕਿ 15,000 ਬੱਚੇ ਨੇ ਜਿਨ੍ਹਾਂ ਦੇ ਵੀਜ਼ੇ ਪੈਂਡਿੰਗ ਨੇ। ਪਹਿਲਾ। ਦੂਸਰਾ, ਹੈਲਥ ਵਰਕਰਸ ਦੀ ਉੱਥੇ ਕੀ ਰਿਕੁਆਇਰਮੈਂਟ ਹੈ, ਕੀ ਉਹਨਾਂ ਦੀ ਕੁਆਲੀਫਿਕੇਸ਼ਨ ਚਾਹੀਦੀ ਹੈ। ਤੀਸਰਾ, ਇਹਨਾਂ ਦਾ ਇੱਕ ਵੈਬਿਨਾਰ ਹੈ ਜਿਹੜਾ ਕਿ ਇਹ ਆਰਗੇਨਾਈਜ਼ ਕਰਾ ਰਹੇ ਨੇ ਵੈਨਸਡੇ ਨੂੰ। ਸਾਡੇ ਵੱਲੋਂ ਅਸੀਂ ਉਹਨਾਂ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਕਿ ਅਸੀਂ ਕੋਈ ਪੈਸੇ ਨਹੀਂ ਚਾਰਜ ਕਰ ਰਹੇ ਆਪਣੀ ਸਰਵਿਸਿਜ਼ ਲਈ। ਸੋ ਬਹੁਤ ਵਧੀਆ ਸਵਾਲ ਹੈ ਵੀ ਤੁਹਾਡਾ। ਅੱਜ ਤੋਂ 2-3 ਦਿਨ ਪਹਿਲਾਂ ਕੈਨੇਡਾ ਦੀ ਸਰਕਾਰ ਨੇ ਇੱਕ ਅਨਾਉਂਸਮੈਂਟ ਕੀਤੀ ਆ। ਉਹਨਾਂ ਕਾਲਜਾਂ 'ਚ ਹੋ ਸਕਦਾ ਜਿਹੜੇ ਪ੍ਰਾਈਵੇਟ ਕਾਲਜਸ ਨੇ, ਕੈਨੇਡਾ ਦੇ ਸਭ ਤੋਂ ਸਸਤੇ ਕਾਲਜਾਂ ਵਿੱਚੋਂ ਦੀ ਇੱਕ ਨੇ। ਹੁਣ ਇਹ ਬੜੀ ਖਤਰਨਾਕ ਚੀਜ਼ ਹੈਗੀ ਹੈ ਕਿਉਂਕਿ ਜਿਹੜੇ ਬੱਚਿਆਂ ਨੂੰ 150 ਦਿਨ ਤੋਂ ਉੱਪਰ ਹੋ ਗਿਆ ਆ, ਜਿਨ੍ਹਾਂ ਨੂੰ ਕੈਨੇਡਾ ਦੀ ਸਰਕਾਰ ਗੋਸਟ ਕੰਸਲਟੈਂਸੀ ਕਹਿੰਦੀ, ਉਹ ਇੱਕ ਵਾਰੀ ਫਾਈਲਿੰਗ ਲਾਉਣ ਤੋਂ ਬਾਅਦ ਚੋਂ ਕੋਈ ਫੋਲੋ ਅਪ ਨਹੀਂ ਹੁੰਦਾ। ਉਹਨਾਂ ਦਾ ਕੋਈ ਵੀ, ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਫਾਈਲ ਕਿੱਥੇ ਖੜੀ ਹੈ। ਅਸੀਂ ਇੱਕ ਖਾਸ ਵੈਬਿਨਾਰ ਬੁੱਧਵਾਰ ਨੂੰ ਵੈਡਨਸਡੇ ਨੂੰ ਰਾਤੀ 8 ਵਜੇ ਕੈਨੇਡੀਅਨ ਟਾਈਮ ਕਰੋ। ਹੁਣ ਇੰਡੀਆ ਦੇ ਵਿੱਚ ਵੱਡੀ ਪ੍ਰੋਬਲਮ ਹੈ ਕਿ ਹਰੇਕ ਬੰਦਾ ਆਪਣੇ ਆਪ ਨੂੰ ਲਾਇਸੈਂਸ ਇਮੀਗ੍ਰੇਸ਼ਨ ਕੰਸਲਟੈਂਟ ਕਹਿ ਲੈਂਦਾ ਹੈ। ਇੰਡੀਅਨ ਲਾਇਸੈਂਸ ਕੰਸਲਟੈਂਟ ਮੀਨਸ ਨਥਿੰਗ ਟੂ ਕੈਨੇਡਾ। ਅੱਜ ਪੰਜਾਬ ਦੇ ਵਿੱਚ ਬਹੁਤ ਵੱਡਾ ਇੱਕ ਮਸਲਾ ਹੈ ਕਿ ਸਹੀ ਕੰਸਲਟੈਂਟ ਜਾਂ ਸਹੀ ਐਡਵਾਈਜ਼ਰ ਜਿਹਨੂੰ ਕਹੀਏ ਆਪਾਂ, ਉਹਨੂੰ ਲੱਭਣਾ। ਤੇ ਸੰਦੀਪ ਜੀ ਜਿਹੜੇ ਹੈਗੇ ਨੇ, ਇਹਨਾਂ ਦਾ ਬੜਾ ਲੰਬਾ ਇੱਕ ਰਿਕਾਰਡ ਹੈ ਔਰ ਬਹੁਤ ਸਾਰੇ ਬੱਚੇ ਇਹਨਾਂ ਦੀ ਇਮੀਗ੍ਰੇਸ਼ਨ ਕੰਪਨੀ ਦੇ ਥਰੂ ਬਾਹਰ ਗਏ ਨੇ ਔਰ ਵੈਲ ਸੈਟਲਡ ਹੋਏ ਨੇ ਔਰ PR ਵੀ ਮਿਲੀ ਔਰ ਉੱਥੇ ਜਾ ਕੇ ਉਹਨਾਂ ਨੂੰ ਨੌਕਰੀਆਂ ਵੀ ਮਿਲੀਆਂ ਤੇ ਉਹਨਾਂ ਦਾ ਕੈਰੀਅਰ ਵੀ ਬਣਿਆ। ਅੱਜ ਆਪਾਂ ਸੰਦੀਪ ਜੀ ਨਾਲ ਗੱਲ ਕਰਨ ਜਾ ਰਹੇ ਹਾਂ ਕਿ 15,000 ਬੱਚੇ ਨੇ ਜਿਨ੍ਹਾਂ ਦੇ ਵੀਜ਼ੇ ਪੈਂਡਿੰਗ ਨੇ। ਪਹਿਲਾ। ਦੂਸਰਾ, ਹੈਲਥ ਵਰਕਰਸ ਦੀ ਉੱਥੇ ਕੀ ਰਿਕੁਆਇਰਮੈਂਟ ਹੈ, ਕੀ ਉਹਨਾਂ ਦੀ ਕੁਆਲੀਫਿਕੇਸ਼ਨ ਚਾਹੀਦੀ ਹੈ। ਤੀਸਰਾ, ਇਹਨਾਂ ਦਾ ਇੱਕ ਵੈਬਿਨਾਰ ਹੈ ਜਿਹੜਾ ਕਿ ਇਹ ਆਰਗੇਨਾਈਜ਼ ਕਰਾ ਰਹੇ ਨੇ ਵੈਨਸਡੇ ਨੂੰ, ਜਿਹਦੇ ਵਿੱਚ ਬਹੁਤ ਸਾਰੇ ਬੱਚੇ ਵੀ ਆ ਰਹੇ ਨੇ। ਪਲੱਸ ਇਹ ਉਹਦੇ ਵਿੱਚ ਦੱਸਣਗੇ ਵੀ ਕਿਸ ਤਰੀਕੇ ਤੁਸੀਂ ਆਪਣੇ ਪੇਪਰਸ ਪੂਰੇ ਕਰਨੇ ਨੇ, ਆਪਣਾ ਪਲੈਨਿੰਗ ਕਰਨੀ ਹੈ, ਕਿਸ ਤਰੀਕੇ ਤੁਸੀਂ ਜਲਦ ਤੋਂ ਜਲਦ ਕੈਨੇਡਾ ਜਾ ਸਕਦੇ ਹੋ। ਸੰਦੀਪ ਜੀ, ਬਹੁਤ ਬਹੁਤ ਸਵਾਗਤ ਹੈ। ਮੇਰਾ ਪਹਿਲਾ ਸਵਾਲ ਤੁਹਾਨੂੰ ਇਹ ਹੈ ਕਿ 15,000 ਬੱਚੇ ਜਿਨ੍ਹਾਂ ਦੇ ਹਾਲੇ ਤੱਕ ਵੀਜ਼ੇ ਨਹੀਂ ਲੱਗੇ, ਉਹਨਾਂ ਦਾ ਕੀ ਭਵਿੱਖ ਹੈ ਔਰ ਉਹਨਾਂ ਨੂੰ ਕੀ ਸਟੈਪਸ ਲੈਣੇ ਚਾਹੀਦੇ? ਸਤਿ ਸ਼੍ਰੀ ਅਕਾਲ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਕਿ ਤੁਸੀਂ ਸਰੋਤਿਆਂ ਦੇ ਰੂਬਰੂ ਕੀਤਾ ਮੈਨੂੰ। ਤੇ ਬਰੈਂਪਟਨ ਇਮੀਗ੍ਰੇਸ਼ਨ ਬੀਇੰਗ ਅ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਸੀ ਕੰਪਨੀ, ਅਸੀਂ ਹਮੇਸ਼ਾ ਹੀ ਕੋਈ ਵੀ ਇਮੀਗ੍ਰੇਸ਼ਨ ਰਿਲੇਟਡ ਇਸ਼ੂਜ਼ ਹੋਣ, ਵੀ ਆਰ ਆਲਵੇਜ਼ ਰੈਡੀ ਟੂ ਕਮ ਔਨ ਪਬਲਿਕ ਫੋਰਮਸ ਐਂਡ ਟਾਕ ਸੋ ਦੈਟ ਕਿ ਹਰੇਕ ਬੰਦੇ ਨੂੰ ਸਹੀ ਜਾਣਕਾਰੀ ਮਿਲ ਸਕੇ। ਤੁਹਾਡਾ ਸਵਾਲ ਬਹੁਤ ਜਾਇਜ਼ ਤੇ ਬਹੁਤ ਵਧੀਆ ਆ। ਅੱਜ ਦੀ ਡੇਟ ਦੇ ਉੱਤੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਟੂਡੈਂਟਸ ਨੇ ਜਿਨ੍ਹਾਂ ਨੂੰ ਤਕਰੀਬਨ ਸਾਲ ਦੇ ਲਾਗੇ ਛਾਗੇ ਹੋ ਚੁੱਕਾ ਆ। ਡਿਊਰਿੰਗ ਦਿਸ ਪੈਂਡੇਮਿਕ ਉਹਨਾਂ ਨੇ ਆਪਣੇ ਫਾਈਲਿੰਗਸ ਸਟੱਡੀ ਪਰਮਿਟ ਲਈ ਕੀਤੀਆਂ ਹੋਈਆਂ ਨੇ, ਬਟ ਅਨਫੋਰਚੂਨੇਟਲੀ ਉਹਨਾਂ ਦੇ ਰਿਜ਼ਲਟਸ ਨਹੀਂ ਆ ਰਹੇ। ਇਸ 'ਚ ਤਕਰੀਬਨ 10 ਮੇਜਰ ਕਾਲਜਸ ਨੇ ਕਿਊਬੈਕ ਦੇ,
ਜਿਨ੍ਹਾਂ ਦੇ ਉੱਤੇ ਪਹਿਲਾਂ ਸਰਕਾਰ ਨੇ ਰੋਕ ਲਈ, ਫਿਰ ਉਸ ਤੋਂ ਬਾਅਦ ਚੋਂ ਹੀ ਕੁਝ ਦਿਨਾਂ ਬਾਅਦ ਸਰਕਾਰ ਨੇ ਉਹ ਰੋਕ ਵਾਪਸ ਲੈ ਲਈ। ਰੋਕ ਵਾਪਸ ਲੈਣ ਤੋਂ ਬਾਵਜੂਦ ਅੱਜ ਤੱਕ ਉਹਨਾਂ ਕਾਲਜਾਂ ਦੇ ਰਿਜ਼ਲਟਸ ਨਹੀਂ ਆ ਰਹੇ ਨੇ। ਅੱਗੇ ਵੀ ਆ ਸਕਦੇ ਨੇ ਜਾਂ ਨਹੀਂ ਆ ਸਕਦੇ ਨੇ, ਇਹ ਸਮਾਂ ਦੱਸੇਗਾ। ਬਟ ਜਿਹੜੇ ਸਾਡੇ ਕਲਾਇੰਟਸ ਨੇ, ਜਿਹੜੇ ਸਾਡੇ ਸਟੂਡੈਂਟਸ ਨੇ, ਅਸੀਂ ਉਹਨਾਂ ਦੀਆਂ ਜ਼ਿਆਦਾਤਰ 4-5 ਜਣਾਂ ਤੋਂ ਛੱਡ ਕੇ ਜ਼ਿਆਦਾਤਰ ਸਟੂਡੈਂਟਸ ਨੇ ਆਪਣੇ ਕਾਲਜਿਸ ਚੇਂਜ ਕਰਕੇ ਆਪਣੇ ਆਪ ਨੂੰ ਅੱਗੇ ਵਧਾ ਲਿਆ। ਉਹਨਾਂ ਵਿੱਚੋਂ ਦੀ ਕਾਫੀ ਸਟੂਡੈਂਟਸ ਐਸੇ ਨੇ ਜਿਨ੍ਹਾਂ ਨੇ ਆਪਣੇ ਕਾਲਜਿਸ ਚੇਂਜ ਕਰਕੇ ਮੇ ਸੈਸ਼ਨ ਦੇ ਵਿੱਚ ਆਲਰੇਡੀ ਆਪਣੇ ਸਟੱਡੀ ਪਰਮਿਟਸ ਲੈ ਚੁੱਕੇ ਨੇ। ਸੋ ਅਸੀਂ ਹਰੇਕ ਸਟੂਡੈਂਟ ਨੂੰ ਜਿਹੜਾ ਕਿਊਬੈਕ ਦੇ ਵਿੱਚ ਉਹਨਾਂ 10 ਕਾਲਜਾਂ ਦੇ ਵਿੱਚ ਸੀਗਾ ਤੇ ਜਿਨ੍ਹਾਂ ਦੇ ਰਿਜ਼ਲਟਸ ਨਹੀਂ ਆ ਰਹੇ ਨੇ, ਉਹਨਾਂ ਨੂੰ ਸਾਡੀ ਸੁਜੈਸ਼ਨ ਹੈ ਕਿ ਉਹਨਾਂ ਨੂੰ ਆਪਣਾ ਕਾਲਜ ਚੇਂਜ ਕਰਨਾ ਚਾਹੀਦਾ। ਹੋਰ ਜਦੋਂ ਅਸੀਂ ਇਹ ਸੁਜੈਸ਼ਨ ਦੇ ਰਹੇ ਹਾਂ ਉਦੋਂ ਅਸੀਂ ਉਹਨਾਂ ਨੂੰ ਇੱਕ ਹੱਲ ਵੀ ਦੇ ਰਹੇ ਹਾਂ, ਕਿਉਂਕਿ ਅਸੀਂ ਇੱਕ ਗੱਲ ਨੂੰ ਸਮਝ ਸਕਦੇ ਹਾਂ ਕਿ 1 ਸਾਲ ਦੀ ਫੀਸ ਤੁਹਾਡੀ ਅਗਰ ਕਾਲਜਾਂ 'ਚ ਫਸੀ ਪਈ ਹੋਵੇ, ਕਿਸੇ ਨੇ ਲੋਨ ਚੱਕ ਕੇ ਦਿੱਤਾ ਹੋਊਗਾ, ਕਿਸੇ ਦਾ ਕੋਈ ਵਿਆਜੀ ਪੈਸਾ ਹੋਊਗਾ, ਐਂਡ ਇਟਸ ਨਾਟ ਈਜ਼ੀ ਕਿ ਤੁਸੀਂ ਇੰਡੀਆ ਬੈਠੇ 1 ਸਾਲ ਵਾਸਤੇ ਆਪਣੇ ਪੈਸੇ ਫਸਾਈ ਰੱਖੋ। ਨਾਟ ਓਨਲੀ ਦੈਟ, $10,200 ਦੀ GIC ਵੀ ਨਾਲ ਫਸਾਈ ਰੱਖੋ ਤੇ ਰਿਜ਼ਲਟ ਫਿਰ ਵੀ ਨਾ ਆ ਰਿਹਾ ਹੋਵੇ। ਸੋ ਅਸੀਂ ਉਹਦਾ ਇਹ ਹੱਲ ਕੱਢਿਆ ਹੈ ਕਿ ਸਾਡੇ ਵੱਲੋਂ ਅਸੀਂ ਉਹਨਾਂ ਬੱਚਿਆਂ ਦੀ ਕਿਵੇਂ ਮਦਦ ਕਰ ਸਕਦੇ ਹਾਂ ਕਿ ਅਸੀਂ ਕੋਈ ਪੈਸੇ ਨਹੀਂ ਚਾਰਜ ਕਰ ਰਹੇ ਆਪਣੀ ਸਰਵਿਸਿਜ਼ ਲਈ। ਠੀਕ ਹੈ ਜੀ, ਇਹ ਬੜਾ ਵੱਡਾ ਉਪਰਾਲਾ ਤੁਸੀਂ ਕਰ ਰਹੇ ਹੋ। So we are giving free services to those ਜਿਨ੍ਹਾਂ ਨੇ ਉਹਨਾਂ 10 ਕਾਲਜਾਂ ਦੇ ਵਿੱਚ ਜਾਂ ਕਿਊਬੈਕ ਦੇ ਵਿੱਚ ਐਡਮਿਸ਼ਨਸ ਲਈਆਂ ਹੋਈਆਂ ਨੇ ਤੇ ਆਪਣੇ ਕਾਲਜਿਸ ਚੇਂਜ ਕਰਵਾ ਕੇ ਸਾਡੇ ਤੋਂ ਅੱਗੇ ਫਾਈਲਿੰਗ ਕਰਵਾਉਂਦੇ ਨੇ। ਅਸੀਂ ਉਹਨਾਂ ਤੋਂ ਫਾਈਲਿੰਗ ਫੀਸ ਕੋਈ ਨਹੀਂ, ਹਾਂ ਜਿਹੜੇ ਅੰਬੈਸੀ ਦੀ ਸਰਕਾਰੀ ਫੀਸ ਆ ਉਹਨਾਂ ਨੇ ਪੇ ਕਰਨੀ ਹੈ, ਜਾਂ ਕਾਲਜ ਅਗਰ ਚੇਂਜ ਕਰਦੇ ਆਫਕੋਰਸ ਕਾਲਜ ਦੀ ਫੀਸ ਉਹ ਪੇ ਕਰਨਗੇ, ਪਰ ਸਾਡੀ ਕੋਈ ਫੀਸ ਨਹੀਂ ਹੋਏਗੀ। ਫ੍ਰੀ ਆਫ ਕਾਸਟ ਅਸੀਂ ਉਹਨਾਂ ਨੂੰ ਇਹ ਸਰਵਿਸ ਪ੍ਰੋਵਾਈਡ ਕਰਾਵਾਂਗੇ। ਠੀਕ ਹੈ, ਤੇ ਇਹ ਜਿਹੜੇ ਕਾਲਜਿਸ ਨੇ ਇਹ ਸਿਰਫ ਕਿਊਬੈਕ ਵਿੱਚ ਹੀ ਨੇ ਕਿ ਬਾਕੀ ਹੋਰ ਵੀ ਕੈਨੇਡਾ ਦੇ ਵਿੱਚ ਹੈਗੇ ਨੇ ਐਸੇ ਕਾਲਜਿਸ ਜਿੱਥੇ ਐਡਮਿਸ਼ਨਸ ਦਾ ਜਿਹੜਾ ਸਮੱਸਿਆ ਆ ਰਹੀ ਹੈ? ਸੋ ਬਹੁਤ ਵਧੀਆ ਸਵਾਲ ਹੈ ਵੀ ਤੁਹਾਡਾ। ਅੱਜ ਤੋਂ 2-3 ਦਿਨ ਪਹਿਲਾਂ ਕੈਨੇਡਾ ਦੀ ਸਰਕਾਰ ਨੇ ਇੱਕ ਅਨਾਉਂਸਮੈਂਟ ਕੀਤੀ ਆ, ਇੱਕ ਅਪਡੇਟ ਭੇਜੀ ਸੀਗੀ ਕਿ ਉਸ ਵਿੱਚ 3 ਮੇਜਰ ਅਪਡੇਟ ਸੀਗੀਆਂ। ਪਹਿਲੀ ਅਪਡੇਟ ਸੀਗੀ ਕਿ ਜਿਹੜੇ ਵਿਦਿਆਰਥੀ ਕਿਸੇ ਕੈਨੇਡਾ ਦੇ ਵਿੱਚ ਆਲਰੇਡੀ ਪੜ੍ਹਦੇ ਪਏ ਨੇ ਤੇ ਅਗਰ ਉਹਨਾਂ ਦਾ ਕਾਲਜ ਇਸ ਕੋਵਿਡ ਕਰਕੇ ਜਾਂ ਕਿਸੇ ਪੈਂਡੇਮਿਕ ਕਰਕੇ ਬੰਦ ਹੋ ਜਾਂਦਾ ਹੈ ਤੇ ਜਿੰਨਾ ਸਮਾਂ ਉਹਨਾਂ ਨੇ ਆਪਣੀ ਪੜ੍ਹਾਈ ਕੀਤੀ ਆ ਉਹ ਇੱਕ ਤਰੀਕੇ ਦੇ ਨਾਲ, ਉਹਨਾਂ ਨੇ ਤਾਂ ਨਹੀਂ ਲਿਖਿਆ ਪਰ ਜੋ ਭਾਵ ਨਿਕਲਦਾ ਉਹ ਵੇਸਟ ਆ, ਕਿਉਂਕਿ ਉਹ ਕਹਿ ਰਹੇ ਨੇ ਕਿ ਤੁਹਾਡੇ ਕੋਲ 3 ਕੰਡੀਸ਼ਨਸ ਨੇ ਅਗਰ ਉਹ ਕਾਲਜ ਬੰਦ ਹੋ ਜਾਏ। ਪਹਿਲੀ ਕੰਡੀਸ਼ਨ ਕਿ ਤੁਸੀਂ ਆਪਣਾ ਕਾਲਜ ਚੇਂਜ ਕਰੋ, ਦੂਸਰੀ ਕੰਡੀਸ਼ਨ ਕਿ ਤੁਸੀਂ ਵਰਕ ਪਰਮਿਟ ਤੇ ਜਾਓ, ਤੇ ਤੀਸਰੀ ਕੰਡੀਸ਼ਨ ਕਿ ਤੁਸੀਂ ਆਪਣੇ ਘਰੇ ਆਪਣੇ ਵਤਨ ਵਾਪਸ ਮੁੜ ਜਾਓ। ਸੋ ਇੱਕ ਤਰੀਕੇ ਦੇ ਨਾਲ ਇਹ ਕਿੰਨਾ ਕਾਲਜਾਂ 'ਚ ਹੋ ਸਕਦਾ ਹੈ? ਉਹਨਾਂ ਕਾਲਜਾਂ 'ਚ ਹੋ ਸਕਦਾ ਜਿਹੜੇ ਪ੍ਰਾਈਵੇਟ ਕਾਲਜਸ ਨੇ। ਸੋ ਮੈਂ ਬਹੁਤ ਜ਼ਿਆਦਾ ਸਟਰੋਂਗਲੀ ਰਿਕਮੈਂਡ ਕਰਦਾ ਹਾਂ ਕਿ ਆਪਣੇ ਫਿਊਚਰ ਨਾਲ ਨਾ ਖੇਡੋ। ਹਾਂ, ਇਸ ਕੋਈ ਸ਼ੱਕ ਨਹੀਂ ਕਿ ਪ੍ਰਾਈਵੇਟ ਕਾਲਜ ਦੀਆਂ ਫੀਸਾਂ ਪਬਲਿਕ ਕਾਲਜ ਨਾਲੋਂ ਸਸਤੀਆਂ ਹੋ ਸਕਦੀਆਂ ਨੇ, ਪਰ ਉਹ ਕਹਿੰਦੇ ਹੁੰਦੇ ਨਾ ਪੰਜਾਬੀ ਦੇ ਵਿੱਚ ਕਿ ਮਹਿੰਗਾ ਰੋਵੇ ਇੱਕ ਵਾਰ, ਸਸਤਾ ਰੋਵੇ ਬਾਰ-ਬਾਰ। ਸੋ ਜਿਵੇਂ ਉਦਾਹਰਨ ਦੇ ਤੌਰ ਦੇ ਉੱਤੇ ਮੌਂਟਰੀਅਲ ਦੇ ਵਿੱਚ, ਕਿਊਬੈਕ ਦੇ ਵਿੱਚ ਕਾਫੀ ਕਾਲਜ ਨੇ ਜਿਹੜੇ SDS ਦੇ ਅੰਦਰ ਵੀ ਆਉਂਦੇ ਆ, DLIs ਵੀ ਨੇ। $10,000 ਦੀ ਫੀਸ ਆ ਉੱਥੇ। ਕੈਨੇਡਾ ਦੇ ਸਭ ਤੋਂ ਸਸਤੇ ਕਾਲਜਾਂ ਵਿੱਚੋਂ ਦੀ ਇੱਕ ਨੇ। ਦੂਜੇ ਪਾਸੇ ਜਿਹੜੇ ਸਰਕਾਰੀ ਸਕੂਲ ਕਾਲਜਸ ਨੇ ਉੱਥੇ ਜਿਹੜੀਆਂ ਫੀਸਾਂ ਨੇ ਉਹ $15,000 $16,000 ਸਾਲ ਦੀ ਫੀਸ ਹੋਏਗੀ। ਬਟ ਹੁਣ ਅਗਰ ਤੁਸੀਂ ਕੈਲਕੂਲੇਟ ਕਰਕੇ ਦੇਖੋ, ਮੰਨ ਲਓ ਕਿਸੇ ਬੱਚੇ ਦਾ ਦੂਜਾ ਸਾਲ ਚੱਲਦਾ ਪਿਆ ਹੈ ਤੇ ਉਹ ਕਾਲਜ ਹੋ ਗਿਆ ਬੰਦ, ਤੇ ਫਿਰ ਕੀ ਕਰਾਂਗੇ? ਫਿਰ ਵੀ ਤਾਂ ਤੁਸੀਂ ਦੁਬਾਰਾ ਤੋਂ ਪਬਲਿਕ ਕਾਲਜਸ 'ਚ ਆਓਗੇ ਨਾ, ਦੁਬਾਰਾ ਤੋਂ ਫੀਸਾਂ ਉੱਥੇ ਦੋਗੇ। ਸੋ ਦ ਪੁਆਇੰਟ ਇਜ਼ ਕਿ ਮੈਂ ਨਹੀਂ ਕਹਿ ਰਿਹਾ ਕਿ ਉਹਨਾਂ ਕਾਲਜਾਂ 'ਚ ਨਹੀਂ ਜਾਣਾ ਚਾਹੀਦਾ। ਪਹਿਲਾਂ ਜਦੋਂ ਬਹੁਤ ਵਧੀਆ ਸਾਰਾ ਕੁਝ ਚੱਲ ਰਿਹਾ ਸੀਗਾ ਉਹ ਕਾਲਜਸ ਬਹੁਤ ਵਧੀਆ ਸਨ, ਅੱਜ ਵੀ ਬਹੁਤ ਵਧੀਆ ਕਾਲਜਸ ਹੋ ਸਕਦੇ, ਪਰ ਜਦੋਂ ਉੱਥੇ ਡਿਸਪਿਊਟ ਆ ਚੁੱਕਾ ਆ ਤੇ ਉਦੋਂ ਕੋਈ ਵੀ ਬੱਚਾ ਆਪਣੇ ਫਿਊਚਰ ਨਾਲ ਕਿਉਂ ਖੇਲੇ। ਹਾਂ, ਜਦੋਂ ਇਹ ਸਾਰਾ ਕੁਝ ਸੌਰਟ ਆਊਟ ਹੋ ਗਿਆ, ਵਿਲ ਸੀ ਕਿ ਉਦੋਂ ਕੀ ਅਪਡੇਟਸ ਆਉਂਦੇ ਨੇ, ਕੀ ਮਾਹੌਲ ਹੁੰਦਾ ਆ, then we'll watch and talk about that। ਪਰ ਅੱਜ ਦੀ ਡੇਟ ਦੇ ਉੱਤੇ ਇਹ ਜਿੰਨੇ ਕਾਲਜਸ, ਸਾਰੇ ਵਿਦਿਆਰਥੀ ਜਿਹੜੇ ਮੇਰੀ ਆਵਾਜ਼ ਸੁਣ ਰਹੇ ਨੇ ਉਹਨਾਂ ਲਈ ਇੱਕੋ ਇੱਕ ਆਪਸ਼ਨ ਹੈ ਕਿ ਪਬਲਿਕ ਕਾਲਜਸ 'ਚ ਐਡਮਿਸ਼ਨ ਲਵੋ ਅਤੇ ਆਪਣੇ ਆਪ ਨੂੰ ਉਹਨਾਂ ਕਾਲਜਸ ਤੋਂ ਵੀ ਮੂਵ ਕਰੋ। ਪਲੱਸ ਅਗਰ ਤੁਸੀਂ ਕੈਨੇਡਾ ਦੇ ਵਿੱਚ ਵੀ ਹੋ ਤਾਂ ਬਹੁਤ ਧਿਆਨ ਨਾਲ ਆਪਣੇ ਸਟੈਪਸ ਚੱਕੋ। ਦੂਸਰੀ ਜਿਹੜੀ ਅਪਡੇਟ ਆਈ ਸੀਗੀ ਉਹ 150 ਦਿਨ ਦੀ ਸੀ। ਹੁਣ ਤੁਸੀਂ ਇੱਕ ਗੱਲ ਦੇਖੋ ਕਿ ਜਿਹੜੇ ਬੱਚਿਆਂ ਨੇ ਸਾਲ ਪਹਿਲਾਂ ਫਾਈਲਸ ਲਗਾ ਚੁੱਕੇ ਨੇ, ਕੈਨੇਡਾ ਦੀ ਸਰਕਾਰ ਕਹਿ ਰਹੀ ਆ ਕਿ ਅਗਰ 150 ਦਿਨ ਤੋਂ ਉੱਪਰ ਹੋ ਚੁੱਕਾ ਆ ਤੇ ਸਾਨੂੰ ਨਵੀਂ ਆਫਰ ਲੈਟਰ ਦੇਵੋ, ਅਦਰਵਾਈਜ਼ ਤੁਹਾਡਾ ਜਿਹੜਾ ਫਾਈਲ ਆ ਇਟ ਡਜ਼ਨਟ ਐਗਜ਼ਿਸਟ ਫॉर ਅਸ ਤੇ ਤੁਹਾਡੀ ਫਾਈਲਿੰਗ ਖਤਮ ਆ। ਹੁਣ ਇਹ ਬੜੀ ਖਤਰਨਾਕ ਚੀਜ਼ ਹੈਗੀ ਹੈ, ਕਿਉਂਕਿ ਜਿਹੜੇ ਬੱਚਿਆਂ ਨੂੰ 150 ਦਿਨ ਤੋਂ ਉੱਪਰ ਹੋ ਗਿਆ ਆ, ਮੈਨੂੰ ਪਤਾ ਇਸ ਗੱਲ ਦਾ ਕਿ ਮੈਜੋਰਿਟੀ ਗੋਸਟ ਕੰਸਲਟੈਂਟਸ, ਜਿਨ੍ਹਾਂ ਨੂੰ ਕੈਨੇਡਾ ਦੀ ਸਰਕਾਰ ਗੋਸਟ ਕੰਸਲਟੈਂਟਸ ਕਹਿੰਦੀ, ਉਹ ਇੱਕ ਵਾਰੀ ਫਾਈਲਿੰਗ ਲਾਉਣ ਤੋਂ ਬਾਅਦ ਚੋਂ ਕੋਈ ਫਾਲੋ ਅਪ ਨਹੀਂ ਹੁੰਦਾ ਉਹਨਾਂ ਦਾ, ਕੋਈ ਵੀ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਕਿ ਫਾਈਲ ਕਿੱਥੇ ਖੜੀ ਹੈ। ਹੁਣ ਜਿਹੜੇ ਬੱਚੇ ਦਾ 151 ਡੇ ਹੋ ਗਿਆ
ਤੇ ਆਫਰ ਲੈਟਰ ਨਵੀਂ ਮੰਗਵਾ ਕੇ CIC ਨੂੰ ਅਪਡੇਟ ਨਹੀਂ ਕੀਤੀ, ਉਹ ਬੱਚੇ ਦਾ ਗਿਆ ਕੰਮ। ਉਹ ਬੱਚੇ ਦੀ ਸਿਚੁਏਸ਼ਨ ਇਜ਼ ਵੈਰੀ ਡੇਂਜਰਸ, ਕਿਉਂਕਿ ਸਿੱਧੀ ਸਿੱਧੀ ਰਿਫਿਊਜ਼ਲ ਦਿੱਤੀ ਜਾ ਸਕਦੀ ਹੈਗੀ ਆ। ਇਹ ਇੱਕ ਸੈਕਿੰਡ ਅਨਾਉਂਸਮੈਂਟ ਸੀ। ਜਿਹੜੀ ਥਰਡ ਅਨਾਉਂਸਮੈਂਟ ਸੀਗੀ ਉਹ ਸੀਗੀ ਕਿ ਜਿਹੜੇ ਬੱਚਿਆਂ ਦੇ ਵੀਜ਼ਾਸ ਲੱਗ ਚੁੱਕੇ ਆ ਜੀ ਤੇ ਉਹਨਾਂ ਨੂੰ ਕੈਨੇਡਾ ਦੀ ਸਰਕਾਰ ਨੇ ਕਿਹਾ ਸੀ ਐ ਲੋ ਫੜੋ ਵੀਜ਼ਾ। ਤੁਸੀਂ ਆਪਣੇ ਕਾਲਜਿਸ ਨੇ ਕਿਹਾ ਕਿ ਤੁਸੀਂ ਕੈਨੇਡਾ 'ਚ ਨਹੀਂ ਆ ਸਕਦੇ ਕਿਉਂਕਿ ਪੈਂਡੇਮਿਕ, ਪਰ ਤੁਸੀਂ ਆਪਣੀਆਂ ਕਲਾਸਾਂ ਲਗਾਉਣੀਆਂ ਸ਼ੁਰੂ ਕਰੋ। ਉਹਨਾਂ ਨੇ ਕੀ ਕੀਤਾ ਕਿ ਆਪਣੀਆਂ ਕਲਾਸਿਸ ਡੈਫਰ ਪਹਿਲਾਂ ਜਨਵਰੀ ਤੋਂ ਮਈ ਤੋਂ ਸਤੰਬਰ। ਸਰਕਾਰ ਨੇ ਅਨਾਉਂਸ ਕਰਤਾ ਕਿ ਭਰਾਵਾ ਅਗਰ ਤੁਹਾਨੂੰ 150 ਦਿਨ ਤੋਂ ਵੱਧ ਹੋ ਚੁੱਕਾ ਹੈ ਕਿ ਤੁਸੀਂ ਆਪਣੀਆਂ ਕਲਾਸਿਸ ਨਹੀਂ ਲਗਾਈਆਂ, ਵੀਜ਼ਾ ਲੱਗ ਚੁੱਕਾ ਆ, ਤੁਹਾਨੂੰ ਰੀਅਪਰੂਵਲ ਟਾਈਪ, ਤੁਹਾਨੂੰ ਐਕਸਟੈਂਸ਼ਨ ਟਾਈਪ ਕਹਿ ਲਓ ਲੈਣੀ ਪਏਗੀ, ਕਿ ਕਿਉਂਕਿ ਤੁਸੀਂ 150 ਦਿਨ ਤੋਂ ਸਟੂਡੈਂਟ ਨਹੀਂ ਰਹੇ। ਸੋ 150 ਦਿਨ ਬਾਅਦ ਤੁਹਾਡਾ ਜਿਹੜਾ ਸਟੂਡੈਂਟ ਸਟੇਟਸ ਆ, ਅਗਰ ਤੁਸੀਂ ਨਹੀਂ ਪੜ੍ਹਦੇ ਪਏ ਤਾਂ ਉਹ ਕੈਨੇਡਾ ਸਰਕਾਰ ਕਹਿੰਦੀ ਉਹ ਖਤਮ ਆ। ਸੋ ਇਹ ਬਹੁਤ ਡੇਂਜਰਸ ਸਿਚੁਏਸ਼ਨ ਉਹਨਾਂ ਵਾਸਤੇ ਵੀ ਆ ਜਿਹੜੇ ਪੰਜਾਬ ਦੇ ਵਿੱਚ ਜਾਂ ਹਿੰਦੁਸਤਾਨ 'ਚ ਬੈਠੇ ਨੇ, ਬਟ ਵੀਜ਼ਾ ਲੱਗ ਚੁੱਕਾ ਹੈ ਪਰ ਆਪਣੀਆਂ ਕਲਾਸਿਸ ਡੈਫਰ ਹੀ ਕਰਾ ਰਹੇ ਨੇ ਤੇ ਪੜ੍ਹ ਨਹੀਂ ਰਹੇ ਹੈਗੇ। ਉਹ ਬੱਚਿਆਂ ਲਈ ਵੀ ਕਾਫੀ ਡੇਂਜਰਸ ਸਿਨੈਰੀਓ ਆ। ਹੋਰ ਇੰਨਾ ਹੀ ਸਾਰੇ ਸਿਨੈਰੀਓਜ਼ ਕਰਕੇ ਹੀ ਅਸੀਂ ਇੱਕ ਖਾਸ ਵੈਬਿਨਾਰ ਬੁੱਧਵਾਰ ਨੂੰ ਵੈਡਨਸਡੇ ਨੂੰ ਰਾਤੀ 8 ਵਜੇ ਕੈਨੇਡੀਅਨ ਟਾਈਮ ਸਾਡੇ ਫੇਸਬੁੱਕ ਪੇਜ ਅਤੇ YouTube ਪੇਜ ਦੇ ਉੱਤੇ ਅਸੀਂ ਕਰ ਰਹੇ ਹੈਗੇ। ਜਿੰਨੇ ਸਾਡੇ ਸਰੋਤੇ ਨੇ ਉਹ ਪਲੀਜ਼ ਸਾਡਾ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰੋ, ਲਾਈਕ ਵੀ ਕਰੋ, ਸੋ that ਤੁਹਾਨੂੰ ਰੈਗੂਲਰਲੀ ਅਪਡੇਟਸ ਮਿਲਦੀਆਂ। ਇਹ ਇਕੱਲਾ ਇੱਕ ਵੈਬਿਨਾਰ ਨਹੀਂ, ਅਸੀਂ ਹਰੇਕ ਹਫਤੇ ਵੈਬਿਨਾਰਸ ਕਰਦੇ ਹਾਂ। ਸੰਦੀਪ ਜੀ ਤੁਸੀਂ ਜ਼ਰਾ ਦੱਸ ਦਿਓ ਸਾਡੇ ਦਰਸ਼ਕਾਂ ਨੂੰ ਕਿ ਜਿਹੜਾ ਤੁਹਾਡਾ ਫੇਸਬੁੱਕ ਦਾ ਪੇਜ ਹੈ ਉਹਦਾ ਕੀ ਹੈਗਾ, ਕਿਸ ਨਾਮ ਤੋਂ ਸਰਚ ਕਰਨ? ਸੋ ਬਰੈਂਪਟਨ ਇਮੀਗ੍ਰੇਸ਼ਨ ਜਾਂ ਬਰੈਂਪਟਨ ਕੰਸਲਟੈਂਸੀ ਦੇ ਨਾਂ ਤੇ ਤੁਸੀਂ ਸਰਚ ਕਰਦੇ ਹੈਗੇ ਹੋ ਤੇ ਯੂ ਵਿਲ ਫਾਈਂਡ ਦੈਟ ਪੇਜ। ਔਰ ਉਸ ਪੇਜ ਦੇ ਉਹ ਪੇਜ ਇਹ ਹੀ ਨਹੀਂ ਹੈ ਕਿ ਇਕੱਲਾ ਸਟੱਡੀ ਪਰਮਿਟਸ ਲਈ। ਸੋ ਐਵਰੇ ਹਫਤੇ ਅਸੀਂ ਸਟੱਡੀ ਪਰਮਿਟ ਤੇ ਕਰ ਰਹੇ ਹਾਂ। ਉਸ ਤੋਂ ਨੈਕਸਟ ਵੀਕ ਵੀ ਆਰ ਟਾਕਿੰਗ ਅਬਾਊਟ ਸਸਕੈਚੁਅਨ PNP। ਉਸ ਤੋਂ ਨੈਕਸਟ ਵੀਕ ਵੀ ਆਰ ਟਾਕਿੰਗ ਅਬਾਊਟ ਓਨਟਾਰੀਓ ਐਂਟਰਪ੍ਰੈਨਿਓਰ ਸਟਰੀਮ। ਉਸ ਤੋਂ ਨੈਕਸਟ ਵੀਕ ਵੀ ਹੈਵ ਆਲਰੇਡੀ ਅਨਾਉਂਸਡ HNC ਟ੍ਰਿਬਿਊਨਲ ਹੀਅਰਿੰਗਸ, ਰਿਫਿਊਜੀ ਅਸਾਈਲਮਸ ਜਾਂ ਕੋਰਟ ਹੀਅਰਿੰਗਸ ਦੇ ਵਿੱਚ ਕੀ ਹੋਣਾ ਚਾਹੀਦਾ ਇਮੀਗ੍ਰੇਸ਼ਨ ਦੇ ਵਿੱਚ। ਸੋ ਉਹ ਸਾਰੀਆਂ ਜਿਹੜੇ ਮੁੱਦੇ ਨੇ ਤੁਹਾਨੂੰ ਬਹੁਤ ਜ਼ਿਆਦਾ ਅਪਡੇਟਸ, ਬਹੁਤ ਜ਼ਿਆਦਾ ਨੌਲੇਜ ਬਾਈ ਦ ਪ੍ਰੈਕਟੀਕਲ ਕੰਸਲਟੈਂਟ ਜਿਹੜੇ ਪ੍ਰੈਕਟੀਕਲੀ ਗਰਾਊਂਡ ਤੇ ਕੰਮ ਕਰਦੇ ਪਏ ਹੈ, ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹੈਗੇ ਹਾਂ, ਤੁਹਾਡੇ ਰੂਬਰੂ ਵੀ ਕਰਦੇ ਹੈਗੇ ਆ। ਸਾਡੀ ਕੰਪਨੀ ਦੇ ਵਿੱਚ ਹੀ ਤਕਰੀਬਨ 10 ਤੋਂ 11 ਲਾਇਸੈਂਸਡ IRCC ਕੰਸਲਟੈਂਟਸ, ਸੋ ਇਮੀਗ੍ਰੇਸ਼ਨ ਕੰਸਲਟੈਂਟਸ, ਲਾਇਰਸ ਤੇ ਪੈਰਾਲੀਗਲਸ ਕੰਮ ਕਰਦੇ ਆ ਐਜ਼ ਅ ਟੀਮ, ਜਿਹਦੇ ਕਰਕੇ ਸਾਡੇ ਕੋਲ ਇੰਨਾ ਵਾਸਟ ਐਕਸਪੀਰੀਅੰਸ ਆ, ਸਾਡੇ ਕੋਲ ਇੰਨੀ ਵਾਸਟ ਨੌਲੇਜ ਆ, ਜਿਹਨੂੰ ਅਸੀਂ ਲੋਕਾਂ ਨਾਲ ਵੈਬਿਨਾਰਸ ਦੇ ਰਾਹੀਂ ਫ੍ਰੀ ਆਫ ਕਾਸਟ ਸ਼ੇਅਰ ਕਰਦੇ ਹੈਗੇ ਆ, ਸੋ ਦੈਟ ਉਹਨਾਂ ਵੈਬਿਨਾਰਸ ਰਾਹੀਂ ਲਾਹਾ ਲੈ ਸਕਣ ਅਤੇ ਆਪਣੇ ਫਿਊਚਰ ਨੂੰ ਸਿਕਿਉਰ ਕਰ ਸਕਣ। ਸੰਦੀਪ ਜੀ ਤੁਸੀਂ ਬੜੀਆਂ ਵਧੀਆ ਗਾਈਡ ਕੀਤਾ ਬੱਚਿਆਂ ਨੂੰ, ਔਰ ਸਭ ਤੋਂ ਜ਼ਿਆਦਾ ਦਿੱਕਤ ਆਉਂਦੀ ਹੈ ਜਦੋਂ ਮਾਂ-ਪਿਓ ਕਰਜ਼ਾ ਚੱਕ ਕੇ ਬੱਚੇ ਨੂੰ ਪੜ੍ਹਾਉਣ ਦੀ ਬਾਹਰ ਭੇਜਣਾ ਚਾਹੁੰਦੇ ਨੇ। ਤੇ ਹੁਣ ਉਹਨਾਂ ਬੱਚਿਆਂ ਨੂੰ ਜਿਹੜੇ ਅਗਲਾ ਆਉਣ ਵਾਲਾ ਭਵਿੱਖ ਹੈ, ਜਿਹੜੇ ਬੱਚੇ ਬਾਹਰ ਆਉਣਾ ਚਾਹੁੰਦੇ ਨੇ, ਕੈਨੇਡਾ ਆਉਣਾ ਚਾਹੁੰਦੇ ਨੇ, ਤੁਸੀਂ ਕੀ ਉਹਨਾਂ ਨੂੰ ਸੁਜੈਸ਼ਨ ਦਓਗੇ ਕਿ ਕਿਆ ਉਹ ਸਿਰਫ ਸਰਕਾਰੀ ਕਾਲਜਿਸ 'ਚ ਐਡਮਿਸ਼ਨ ਲੈਣ ਜਾਂ ਉਹ ਇੱਥੇ, ਕਿਉਂਕਿ ਇਸ ਵੇਲੇ ਬਹੁਤ ਜ਼ਿਆਦਾ ਚੱਲ ਰਿਹਾ ਕਰੋਨਾ ਦਾ ਵੇਵ ਬਹੁਤ ਹਾਈ ਹੈ ਇੰਡੀਆ ਦੇ ਵਿੱਚ, ਤੁਹਾਨੂੰ ਪਤਾ ਹੈ ਸਾਰੇ ਦੁਨੀਆ ਦੇ ਵਿੱਚ ਚਰਚਾ ਚੱਲ ਰਹੀ ਹੈ ਇਸ ਗੱਲ ਦੀ ਕਿ ਹਿੰਦੁਸਤਾਨ 'ਚ ਕੋਵਿਡ ਬਹੁਤ ਜ਼ਿਆਦਾ ਫੈਲਿਆ ਹੋਇਆ ਹੈ। ਤੇ ਕੈਨੇਡਾ ਨੇ ਵੀ ਪਿੱਛੇ ਰਿਸਟ੍ਰਿਕਸ਼ਨ ਲਾਤੀਆਂ ਸੀ ਬਈ ਕੋਈ ਫਲਾਈਟਸ ਨਹੀਂ ਆਉਣਗੀਆਂ। ਤੇ ਤੁਸੀਂ ਹੁਣ ਸਾਡੇ ਦਰਸ਼ਕਾਂ ਨੂੰ, ਖਾਸ ਤੌਰ ਤੇ ਸਟੂਡੈਂਟਸ ਨੂੰ ਕੀ ਸੁਜੈਸਟ ਕਰੋਗੇ ਕਿ ਉਹ ਕੀ ਰਸਤਾ ਅਪਣਾਉਣ ਤਾਂ ਕਿ ਉਹਨਾਂ ਦਾ ਜਿਹੜਾ ਡ੍ਰੀਮ ਹੈ ਕੈਨੇਡਾ ਆਉਣ ਦਾ ਉਹ ਪੂਰਾ ਹੋ ਸਕੇ? ਕਿਉਂਕਿ ਜਿੰਨੇ ਵੀ ਪਹਿਲਾਂ ਵੀ ਆਪਾਂ ਗੱਲ ਕੀਤੀ, ਸਭ ਨੇ ਕੈਨੇਡਾ ਆਉਣ ਵਾਸਤੇ ਹੀ ਅਪਲਾਈ ਕੀਤਾ ਸੀ, ਲੇਕਿਨ ਕੋਵਿਡ ਕਰਕੇ ਉੱਥੇ ਪਹੁੰਚ ਨਹੀਂ ਸਕੇ, ਉਹਨਾਂ ਦੇ ਪਲਾਨ ਸਾਰੇ ਖਰਾਬ ਹੋ ਗਏ। ਫਿਰ ਗੌਰਮੈਂਟ ਦੀ ਪਾਲਿਸੀਜ਼ ਐਸੀਆਂ ਆ ਗਈਆਂ, ਗੌਰਮੈਂਟਸ ਵੀ ਮਜਬੂਰ ਨੇ। ਤੇ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਇਹ ਦੱਸੋ, ਬੱਚਿਆਂ ਨੂੰ ਇਹ ਦੱਸੋ ਵੀ ਉਹ ਕੀ ਸਟ੍ਰੈਟਜੀ ਅਪਣਾਉਣ, ਕਿ ਕਿਆ ਉਹ 4-6 ਮਹੀਨੇ ਵੇਟ ਕਰਨ ਜਾਂ ਉਹ ਤੁਹਾਨੂੰ ਆਪਣੀ ਫਾਈਲਿੰਗ ਕਰ ਦੇਣ ਔਰ ਤੁਸੀਂ ਉਸ ਨੂੰ ਪ੍ਰੋਸੈਸ ਕਰੋਗੇ ਤਾਂ ਕਿ ਉਹ ਰਾਈਟ ਟਾਈਮ ਤੇ ਉੱਥੇ ਐਂਟਰ ਹੋ ਸਕਣ ਤੇ ਉਹਨਾਂ ਦਾ ਭਵਿੱਖ ਬਣ ਸਕੇ? ਸੋ ਤੁਹਾਡੇ ਸਵਾਲ ਦੇ ਵਿੱਚ ਕਾਫੀ ਜ਼ਿਆਦਾ ਸਵਾਲ ਨੇ, ਮੈਂ ਉਹਨਾਂ ਸਾਰੇ ਪੁਆਇੰਟਸ ਨੂੰ ਇੱਕ ਇੱਕ ਕਰਕੇ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਸੋ ਪਹਿਲੀ ਗੱਲ ਕਿ ਪ੍ਰਾਈਵੇਟ ਕਾਲਜ ਐਡਮਿਸ਼ਨ ਲੈਣੀ ਚਾਹੀਦੀ ਹੈ ਕਿ ਪਬਲਿਕ ਕਾਲਜ ਐਡਮਿਸ਼ਨ ਲੈਣੀ ਚਾਹੀਦੀ ਹੈ? ਆਫ ਕੋਰਸ ਹਰ ਵਾਰੀ ਹਰੇਕ ਬੰਦੇ ਦੀ ਪਹਿਲੀ ਚੋਇਸ ਜਿਹੜੀ ਆ ਉਹ ਪਬਲਿਕ ਕਾਲਜ ਹੋਣੀ ਚਾਹੀਦੀ ਆ। ਅਗਰ ਪਬਲਿਕ ਕਾਲਜ ਐਡਮਿਸ਼ਨ ਨਾ ਮਿਲਦੀ ਹੋਵੇ ਤਾਂ ਪ੍ਰਾਈਵੇਟ ਵਾਲੇ ਪਾਸੇ ਜਾਣਾ ਚਾਹੀਦਾ ਆ। ਅੱਜ ਦੀ ਡੇਟ ਦੇ ਉੱਤੇ ਜਿਹੜਾ ਸਿਨੈਰੀਓ ਬਣਿਆ ਹੋਇਆ ਆ, ਇਸ ਸਿਨੈਰੀਓ ਦੇ ਵਿੱਚ ਆਈ ਵੁੱਡ ਰਿਕਮੈਂਡ ਕਿ ਪਬਲਿਕ ਕਾਲਜ ਹੀ ਹੋਣਾ ਚਾਹੀਦਾ ਹੈ, ਭਾਵੇਂ ਕਿ ਨਾਮ ਹੈ
ਕਿਸੇ ਜੰਗਲ ਦੇ ਵਿੱਚ ਹੀ ਪਬਲਿਕ ਕਾਲਜ ਮਿਲਦਾ ਹੋਵੇ ਕੈਨੇਡਾ ਦੇ ਅੰਦਰ, ਪਰ ਜਾਓ ਪਬਲਿਕ ਕਾਲਜ ਦੇ ਵਿੱਚ ਹੀ ਘੱਟੋ ਘੱਟ ਤੁਹਾਡਾ ਫਿਊਚਰ ਸਿਕਿਉਰ ਹੋ ਰਿਹਾ ਆ। ਦੂਸਰੀ ਜਿਹੜੀ ਗੱਲ ਹੈ ਕਿ ਬੱਚੇ ਨੂੰ ਆਉਣਾ ਕਿੱਥੇ ਚਾਹੀਦਾ ਆ ਕੈਨੇਡਾ ਦੇ ਵਿੱਚ, ਇਹ ਹਰੇਕ ਦੇ ਆਪਣੇ ਆਪਣੇ ਪਰਸਪੈਕਟਿਵਸ ਨੇ। ਮੇਰਾ ਸੋਚਣ ਦਾ ਨਜ਼ਰੀਆ ਜਿਹੜਾ ਹੋਊਗਾ ਉਹ ਸਿਰਫ ਪਰਮਨੈਂਟ ਰੈਜ਼ੀਡੈਂਸੀ ਨੂੰ ਬੇਸਡ ਹੋਏਗਾ। ਕੋਈ ਵੀ ਬੰਦਾ ਜਦੋਂ ਮੇਰੇ ਨਾਲ ਗੱਲ ਕਰਦਾ ਆ ਤੇ ਮੈਂ ਉਹਨਾਂ ਨੂੰ ਇਹ ਸਮਝਾਉਣ ਦੀ ਕੋਸ਼ਿਸ਼ ਕਰਦਾ ਹੁੰਦਾ ਹੈ ਕਿ ਦੇਖੋ ontario ਹੋਇਆ ਜਾਂ BC ਹੋਇਆ ਜਾਂ ਖਾਸ ਕਰਕੇ ਕਹ ਲਓ ਟੋਰਾਂਟੋ ਏਰੀਆ ਹੋ ਜਾਵੇ ਜਾਂ ਸਰੀ ਵਾਲਾ ਏਰੀਆ ਹੋ ਜਾਵੇ ਜਾਂ ਵੈਂਕੂਵਰ ਵਾਲਾ ਏਰੀਆ ਹੋ ਜਾਏ, ਇਹ ਤਿੰਨ ਮੇਜਰ ਡਿਮਾਂਡਿੰਗ ਏਰੀਆਜ਼ ਨੇ ਕਿ ਅਗਰ ਇਹਨਾਂ ਏਰੀਆਜ਼ ਤੁਸੀਂ ਆਉਣ ਬਾਰੇ ਸੋਚ ਰਹੇ ਹੋ ਤਾਂ ਇੱਥੇ ਜੌਬ ਓਪਰਚੁਨਿਟੀਜ਼ ਤਾਂ ਤੁਹਾਨੂੰ ਬਹੁਤ ਮਿਲਣਗੀਆਂ, ਇੱਥੇ ਤੁਹਾਨੂੰ ਪਾਰਟ ਟਾਈਮ ਜੌਬ ਕਰਨ ਦਾ ਮੌਕੇ ਬਹੁਤ ਮਿਲਣਗੇ, ਪਰ ਪਰਮਨੈਂਟ ਰੈਜ਼ੀਡੈਂਸੀ ਉਨੀ ਹੀ ਔਖੀ ਮਿਲੂਗੀ। ਅਗਰ ਤੁਸੀਂ ਬਾਹਰ ਜਿਵੇਂ RINPs ਦਾ ਪ੍ਰੋਗਰਾਮਸ ਨੇ ontario ਦੇ ਬਾਹਰਲੇ ਰੂਰਲ ਏਰੀਆਜ਼ ਚਲੇ ਜਾਓ ਜਾਂ ਨੋਵਾ ਸਕੋਸ਼ੀਆ, ਨਿਊ ਬ੍ਰਿੰਸਵਿਕ, ਪ੍ਰਿੰਸ ਐਡਵਰਡ ਆਈਲੈਂਡ, ਸਸਕੈਚੁਅਨ, ਅਲਬਰਟਾ, ਇਹਨਾਂ ਪ੍ਰੋਵਿੰਸਿਸ 'ਚ ਜਾਂਦੇ ਹੋ, ਇੱਥੇ ਤੁਹਾਨੂੰ PR ਸੌਖੀ ਮਿਲੂਗੀ, ਜੌਬ ਓਪਰਚੁਨਿਟੀਜ਼ ਉਨੀਆਂ ਨਹੀਂ ਮਿਲਣਗੀਆਂ ਜਿੰਨੀਆਂ ਤੁਹਾਨੂੰ ਟੋਰਾਂਟੋ ਵਗੈਰਾ 'ਚ ਮਿਲੇਗਾ। ਸੋ ਯੂ ਨੀਡ ਟੂ ਚੂਜ਼ ਕਿ ਤੁਹਾਡੀ ਪ੍ਰੈਫਰੈਂਸ ਕੀ ਹੈਗੀ ਹੈ, ਪਹਿਲੀ ਪ੍ਰੈਫਰੈਂਸ ਕੀ ਹੈਗੀ ਆ। ਸੋ ਇਹ ਮੈਂ ਹਮੇਸ਼ਾ ਹੀ ਕਹਿੰਦਾ ਕਿ ਮੈਨੂੰ ਇਦਾਂ ਲੱਗਦਾ ਹੁੰਦਾ ਹੈ ਕਿ ਇਹ ਸਲਾਹ ਸਾਡੇ ਤੋਂ ਲੈਣੀ ਚਾਹੀਦੀ ਹੈ ਕਿ ਹਾਂ ਬੀਇੰਗ ਲਾਈਕ I was born in ਕੈਨੇਡਾ, ਮੈਂ ਕੈਨੇਡਾ ਦਾ ਜੰਮਿਆ ਆ, ਕੈਨੇਡਾ 'ਚ ਪਲਿਆ ਆ। ਸੋ ਜਿੰਨੀ ਗਰਾਊਂਡ ਨੌਲੇਜ ਕਾਲਜਿਸ, ਯੂਨੀਵਰਸਿਟੀ, ਸਕੂਲਸ ਦੀ ਮੈਨੂੰ ਹੋਊਗੀ, ਅਨਫੋਰਚੂਨੇਟਲੀ ਇੱਕ ਗੋਸਟ ਕੰਸਲਟੈਂਟ ਜਿਹਨੇ ਕਦੀ ਕੈਨੇਡਾ ਦੀ ਸ਼ਕਲ ਨਹੀਂ ਦੇਖੀ ਹੈਗੀ ਉਹਨੂੰ ਨਹੀਂ ਹੋ ਸਕਦੀ ਹੈਗੀ, ਕਿਉਂਕਿ ਮੈਂ ਇੱਥੇ ਪੂਰੀ ਜ਼ਿੰਦਗੀ ਲਾਈਕ ਆਈ ਐਮ ਵਨ ਆਫ ਦੋਜ਼ ਕਿ ਜਿਹੜੇ ਇੱਥੇ ਜੰਮੇ, ਹੁਣ ਮੇਰੇ ਬੱਚੇ ਵੀ ਇੱਥੇ ਜੰਮੇ। ਸੋ ਆਈ ਨੋ ਕੈਨੇਡਾ ਮਚ ਬੈਟਰ ਦੈਨ ਦੋਜ਼ ਕਿ ਜਿਨ੍ਹਾਂ ਨੂੰ ਕੈਨੇਡਾ ਦੇ ਬਾਰੇ ਜਿਨ੍ਹਾਂ ਨੇ ਸਿਰਫ ਕੈਨੇਡਾ ਕਿਤਾਬੀ ਤੌਰ ਤੇ ਸਾਈਟ ਦੇ ਥਰੂ ਪੜ੍ਹਿਆ ਜਾਂ ਵਿਜ਼ਿਟ ਹੀ ਕੀਤਾ ਹੋਵੇ। ਸੋ these are other perspectives ਕਿ ਤੁਸੀਂ ਇਹ ਦੇਖਣਾ ਹੁੰਦਾ ਹੈ ਕਿ ਹਾਂ ਕਿਹਦੇ ਨਾਲ। ਥਰਡਲੀ, ਜਦੋਂ ਵੀ ਤੁਸੀਂ ਕਿਸੇ ਵੀ, ਭਾਵੇਂ ਮੈਂ ਹੋਵਾਂ ਭਾਵੇਂ ਕੋਈ ਵੀ ਬੰਦਾ ਹੋਵੇ, ਜਿਹਨੂੰ ਵੀ ਫਾਈਲਿੰਗ ਦੇਣ ਲੱਗੇ ਹੋ, ਪਹਿਲੀ ਚੀਜ਼ ਆ ਦੇਖੋ ਕਿ ਉਹ ਗੋਸਟ ਕੰਸਲਟੈਂਟ ਨਹੀਂ ਹੈਗਾ। ਕੈਨੇਡਾ ਦੀ ਸਰਕਾਰ ਬਹੁਤ ਸਟਰੋਂਗਲੀ ਇਹ ਕਹਿੰਦੀ ਹੈ ਕਿ ਗੋਸਟ ਕੰਸਲਟੈਂਟਸ ਨਾਲ ਕੰਮ ਨਾ ਕਰੋ, ਸਿਰਫ ਤੇ ਸਿਰਫ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟਸ ਨਾਲ ਕੰਮ ਕਰੋ। ਹੁਣ ਇੰਡੀਆ ਦੇ ਵਿੱਚ ਵੱਡੀ ਪ੍ਰੋਬਲਮ ਇਹ ਆ ਕਿ ਹਰੇਕ ਬੰਦਾ ਆਪਣੇ ਆਪ ਨੂੰ ਲਾਇਸੈਂਸਡ ਇਮੀਗ੍ਰੇਸ਼ਨ ਕੰਸਲਟੈਂਟ ਕਹਿ ਦਿੰਦਾ ਹੈ। Indian licensed consultant means nothing to Canada. Canada ਵਾਸਤੇ Indian licensed consultant is nothing ਕਿਉਂਕਿ ਕੈਨੇਡਾ ਦੇ ਲਾਅ ਦੇ ਅਧੀਨੋਂ ਆ ਹੀ ਨਹੀਂ ਸਕਦਾ ਹੈਗਾ। ਹੁੰਦਾ ਕੀ ਹੈ ਕਿ ਜਦੋਂ ਇੱਕ ਗੋਸਟ ਕੰਸਲਟੈਂਟ ਤੁਹਾਡੀ ਫਾਈਲ ਲਗਾ ਰਿਹਾ, ਮੰਨ ਲਓ ਕਿ ਮੈਂ ਇੱਕ ਵਿਦਿਆਰਥੀ ਹਾਂ, ਮੈਂ ਕਿਸੇ ਗੋਸਟ ਕੰਸਲਟੈਂਟ ਕੋਲੇ ਫਾਈਲ ਲਗਾਉਣ ਗਿਆ ਤੇ ਉਹਨੇ ਸੰਦੀਪ ਦੀ ਪ੍ਰੋਫਾਈਲ ਸੰਦੀਪ ਬਣ ਕੇ ਹੀ ਲਗਾਣੀ ਹੈ। ਸੋ ਕੱਲ ਨੂੰ ਕੋਈ ਪ੍ਰੋਬਲਮ ਆਵੇ ਉਹਦੇ ਲਈ ਸੰਦੀਪ ਹੀ ਜ਼ਿੰਮੇਵਾਰ ਆ। ਠੀਕ ਹੈ ਜੀ। ਜਦੋਂ ਤੁਸੀਂ ਕਿਸੇ ਲਾਇਸੈਂਸ ਕੰਸਲਟੈਂਟ ਕੋਲੇ ਜਾ ਰਹੇ ਹੋ ਤਾਂ ਲਾਇਸੈਂਸ ਕੰਸਲਟੈਂਟਸ ਦਾ ਆਪਣਾ ਇੱਕ ਪੋਰਟਲ ਹੁੰਦਾ ਹੈ, ਉਸਦੇ ਵਿੱਚ ਤੁਹਾਡਾ ਜਿਹੜਾ ਰਿਪਰੈਜ਼ੈਂਟੇਟਿਵ ਆ ਉਹਦੇ ਅਧੀਨ ਤੁਹਾਡੀ ਫਾਈਲਿੰਗ ਲੱਗ ਰਹੀ ਹੈ। ਦੈਟ ਮੀਨਸ ਕਿ ਕੱਲ ਨੂੰ ਕੋਈ ਵੀ 19-21 ਹੁੰਦੀ ਆ ਤਾਂ ਲਾਇਸੈਂਸ ਕੰਸਲਟੈਂਟ ਕਦੀ ਇਹ ਨਹੀਂ ਕਹਿ ਸਕਦਾ ਕਿ ਹਾਂ ਬਾਈ ਕਿ ਨਾ ਲਾਈਕ ਇਹ ਫਾਈਲ ਜਿਹੜੀ ਆ ਸੰਦੀਪ ਨੇ ਲਾਈ ਸੀਗੀ, ਇਹ ਫਾਈਲ ਉਸੇ ਕੰਸਲਟੈਂਟ ਨੇ ਲਾਈ ਸੀ ਜਿਹੜਾ ਲਾਇਸੈਂਸਡ ਆ। ਸੋ ਇਹ ਬਹੁਤ ਵੱਡਾ ਡਿਫਰੈਂਸ ਆ। ਤੁਸੀਂ ਦੇਖੋਗੇ ਅਸੀਂ ਅਗਲੇ ਕੁਝ ਦਿਨਾਂ ਦੇ ਵਿੱਚ ਇੱਕ ਖਾਸ ਅਸੀਂ ਸਰਕਾਰ ਤੋਂ ਡਾਟਾ ਮੰਗਿਆ ਹੋਇਆ ਹੈ ਐਂਡ ਵੀ ਆਰ ਐਕਸਪੈਕਟਿੰਗ ਕਿ ਵਿਦਿਨ ਨੈਕਸਟ 15 to 20 days ਵੀ ਸ਼ੁੱਡ ਗੈਟ ਦੈਟ ਡਾਟਾ। ਪਰ ਮੈਂ ਬਿਨਾਂ ਡਾਟੇ ਤੋਂ ਵੀ ਇਹ ਗੱਲ ਬਹੁਤ ਕਲੀਅਰਲੀ ਕਹਿ ਸਕਦਾ ਕਿ ਪੰਜਾਬ ਦੀ ਧਰਤੀ ਦੇ ਉੱਤੇ ਜਿੰਨੇ ਰਿਫਿਊਜ਼ਲਸ ਹੋ ਰਹੇ ਨੇ ਸਟੱਡੀ ਪਰਮਿਟਸ ਦੇ ਵਿੱਚ, ਉਹਦੇ ਵਿੱਚ ਘੱਟੋ ਘੱਟ 20 ਤੋਂ 30% ਫਾਈਲਸ ਮਿਸ ਰਿਪਰੈਜ਼ੈਂਟੇਸ਼ਨ, ਦੈਟ ਮੀਨ 5 ਸਾਲ ਦੇ ਬੈਨ ਲੱਗ ਰਹੇ ਨੇ। ਕਿਉਂ ਲੱਗ ਰਹੇ ਨੇ? ਕਿਉਂਕਿ ਸ਼ਰੇਆਮ ਉਹਨਾਂ ਵਿੱਚ ਝੂਠੇ ਕਾਗਜ਼, ਗਲਤ ਪੇਪਰਸ ਲਗਾਏ ਜਾਂਦੇ ਨੇ ਜਿਨ੍ਹਾਂ ਕਰਕੇ ਰਿਫਿਊਜ਼ਲਸ ਹੋ ਰਹੀਆਂ ਨੇ। ਅਸੀਂ ਕਰ ਰਹੇ ਹਾਂ, ਅਸੀਂ ਅਗਰ 3 ਤਰ੍ਹਾਂ ਦੇ ਬੱਚੇ ਨੇ, ਅਸੀਂ 3 ਤਰ੍ਹਾਂ ਦੇ ਬੱਚਿਆਂ ਨੂੰ ਅਗਰ ਬੱਚੇ ਦਾ ਆਈਲੈਟ ਸਕੋਰ ਸਹੀ ਹੋਵੇ, ਅਗਰ ਬੱਚੇ ਦੀ ਪੜ੍ਹਾਈ 'ਚ ਕੋਈ ਗੈਪ ਨਾ ਹੋਵੇ, ਅਗਰ ਬੱਚੇ ਦੀ ਰਿਫਿਊਜ਼ਲ ਲੱਗੀ ਨਾ ਹੋਵੇ, ਤਾਂ ਇਹਨਾਂ 3 ਕੇਸਿਸ ਦੇ ਵਿੱਚ ਅਸੀਂ ਬੱਚੇ ਤੋਂ ਕਦੀ ਵੀ ਇੱਕ ਵੀ ਪੈਸਾ ਨਹੀਂ ਚਾਰਜ ਕਰਦੇ ਹੈਗੇ ਆਪਣੀ ਸਰਵਿਸ ਫੀਸ ਦਾ। ਹਾਂ, ਬਾਕੀ 3 ਕੰਡੀਸ਼ਨਸ ਦੇ ਵਿੱਚ ਕਿਉਂਕਿ ਸਾਨੂੰ ਮਿਹਨਤ ਜ਼ਿਆਦਾ ਕਰਨੀ ਪੈਂਦੀ ਹੈ, ਵੀ ਡੂ ਚਾਰਜ ਆਰ ਸਰਵਿਸ ਫੀਸ। ਪਰ ਅਗਰ ਕੋਈ ਬੱਚਾ ਦੇ ਇਹ 3 ਪ੍ਰੋਪਰਟੀਜ਼ ਹੈਗੀਆਂ ਨੇ ਕਿ ਉਹਦੇ ਆਈਲੈਟਸ ਦਾ ਸਕੋਰ ਵਧੀਆ ਹੈ, ਪੜ੍ਹਾਈ 'ਚ ਕੋਈ ਗੈਪ ਨਹੀਂ ਹੈਗਾ ਅਤੇ ਵਰਕ ਰਿਫਿਊਜ਼ਲ ਨਹੀਂ ਲੱਗੀ ਹੋਈ ਹੈ, ਦੈਨ ਵੀ ਡੋਂਟ ਚਾਰਜ ਇਵਨ ਅ ਸਿੰਗਲ ਪੈਨੀ। ਹੋਰ ਇਹ ਇੱਕ ਵੱਡੀ ਗੱਲ ਹੈ ਕਿਉਂਕਿ ਜਦੋਂ ਸਾਡੇ ਨਾਲ ਤੁਸੀਂ ਕੰਮ ਕਰ ਰਹੇ ਹੋ ਤਾਂ ਤੁਸੀਂ ਇਕੱਲੀ ਸਟੱਡੀ ਪਰਮਿਟ ਨਹੀਂ ਲੈ ਰਹੇ ਹੋ, ਤੁਸੀਂ ਆਪਣੀ ਪਰਮਨੈਂਟ ਰੈਜ਼ੀਡੈਂਸੀ ਤੱਕ ਦਾ ਰਸਤਾ ਕਵਰ ਕਰ ਰਹੇ ਹੋ। ਉਹ ਕਿਵੇਂ? ਕਿਉਂਕਿ ਅਸੀਂ ਕੈਨੇਡਾ 'ਚ ਬੈਠੇ ਹਾਂ। ਜਦੋਂ ਤੁਸੀਂ PGWP ਅਪਲਾਈ ਕਰਨਾ ਹੈ, ਯੂ ਨੀਡ ਸਮਵਨ ਹੂ ਇਜ਼ ਇਨ ਕੈਨੇਡਾ। ਸੋ ਅਸੀਂ ਉਸ 'ਚ ਤੁਹਾਡੀ ਮਦਦ ਕਰਨੀ ਹੈ। ਤੁਸੀਂ ਵਿਆਹੇ ਹੋਏ ਹੋ, ਆਪਣੇ ਹਸਬੈਂਡ ਨੂੰ ਸੱਦਣਾ ਚਾਹ ਰਹੇ ਹੋ ਸਪਾਊਸਲ ਓਪਨ ਵਰਕ ਪਰਮਿਟ ਲਈ, ਯੂ ਨੀਡ ਅਸ। ਔਰ ਅਸੀਂ ਜਦੋਂ ਪਹਿਲੇ ਦਿਨ ਤੋਂ ਹੀ ਤੁਹਾਡੇ ਨਾਲ ਕੰਮ ਕਰ ਰਹੇ ਹੋਵਾਂਗੇ ਤਾਂ ਤੁਹਾਨੂੰ ਪਤਾ ਹੋਊਗਾ ਤੁਸੀਂ PNPs ਲੈਣੀਆਂ, LMIs ਲੈਣੀਆਂ, ਜਾਂ ਐਕਸਪ੍ਰੈਸ ਐਂਟਰੀ 'ਚ ਫਾਈਲ ਲਗਾਉਣੀ ਹੈ, ਜਾਂ CEC 'ਚ ਫਾਈਲ ਲਾਉਣੀ ਹੈ।
ਲਾਈਕ ਵੀ ਆਰ ਦ ਵਨ ਜਿਹਨੇ ਤੁਹਾਨੂੰ ਉਹ ਤੁਹਾਡੀ ਅਖੀਰਲੀ ਮੰਜ਼ਿਲ ਤੱਕ ਪਹੁੰਚਾਉਣਾ ਹੈ। ਤਾਂ ਕਰਕੇ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਜਿਹੜਾ ਪਹਿਲਾ ਹੀ ਬੇਬੀ ਸਟੈਪ ਆ ਤੁਹਾਡਾ ਸਟੱਡੀ ਪਰਮਿਟ ਵਾਲਾ, ਉਹਦੀ ਗੱਲ ਵੀ ਤੁਸੀਂ ਸਾਨੂੰ ਫੜਾਓ, ਸੋ ਦੈਟ ਅਸੀਂ ਤੁਹਾਡੀ ਪੂਰੀ ਦੀ ਪੂਰੀ ਜਰਨੀ ਜਿਹੜੀ ਆ ਉਹ ਸੌਖੀ ਕਰ ਸਕੀਏ। ਠੀਕ ਹੈ, ਤੇ ਹੁਣ ਆਪਾਂ ਹੈਲਥ ਵਰਕਰਸ ਤੇ ਗੱਲ ਕਰਦੇ ਹਾਂ। ਹੈਲਥ ਕੇਅਰ ਵਰਕਰਸ ਦਾ ਕੀ ਸਕੋਪ ਹੈ ਇਸ ਵੇਲੇ, ਔਰ ਕਿਹੜੇ ਸਟੇਟ ਦੇ ਵਿੱਚ ਅਪਰਚੂਨਿਟੀਜ਼ ਅਵੇਲੇਬਲ? ਟ੍ਰੀਮੈਂਡਸ, ਲਾਈਕ ਅੱਜ ਦੀ ਡੇਟ ਦੇ ਉੱਤੇ ਹੈਲਥ ਕੇਅਰ ਵਰਕਰਸ ਜਿਹੜੇ ਨੇ ਉਹ ਸਭ ਤੋਂ ਜ਼ਿਆਦਾ ਡਿਮਾਂਡਿੰਗ ਨੇ। ਮੈਂ ਇੱਕ ਐਗਜ਼ਾਮਪਲ ਦਿੰਦਾ ਤੁਹਾਨੂੰ ਕਿ ਅੱਜ ਤੋਂ ਕੁਝ ਦਿਨ ਪਹਿਲਾਂ ਕੈਨੇਡਾ ਦੀ ਸਰਕਾਰ ਨੇ ਇੱਕ ਪ੍ਰੋਗਰਾਮ ਅਨਾਉਂਸ ਕੀਤਾ TR to PR, ਜਿਸ ਦੇ ਵਿੱਚ ਤਿੰਨ ਤਰ੍ਹਾਂ ਦੇ ਲੋਕ ਕੁਆਲੀਫਾਈ ਕਰਦੇ ਸੀ। ਇੱਕ ਸੀਗੇ ਇੰਟਰਨੈਸ਼ਨਲ ਗ੍ਰੈਜੂਏਟਸ, ਜਿਹਦਾ 40,000 ਦਾ ਕੋਟਾ ਸੀਗਾ। 2 ਦਿਨਾਂ ਦੇ ਵਿੱਚ ਉਹ 40,000 ਦਾ ਕੋਟਾ ਭਰ ਗਿਆ। ਠੀਕ ਹੈ। ਦੂਸਰਾ ਸੀਗਾ ਐਸੈਂਸ਼ੀਅਲ ਵਰਕਰਸ, ਨਾਨ ਹੈਲਥ ਕੇਅਰ ਵਰਕਰਸ ਜਿਹੜੇ ਨੇ, ਉਸ ਦੇ ਵਿੱਚ 30,000 ਦਾ ਕੋਟਾ ਸੀ ਤੇ ਅਜੇ ਤੱਕ 10,000 ਪੂਰਾ ਹੋਇਆ ਆ। ਵੱਧ ਤੋਂ ਵੱਧ ਅੱਜ ਜਦੋਂ ਆਪਾਂ ਗੱਲ ਕਰ ਰਹੇ ਹਾਂ, ਵੱਧ ਤੋਂ ਵੱਧ 11 ਹੋ ਚੁੱਕਾ ਹੋਊਗਾ। ਦੈਟਸ ਇਟ। ਪਰ ਕਮਾਲ ਦੀ ਗੱਲ ਇਹ ਹੈ ਕਿ ਹੈਲਥ ਕੇਅਰ ਵਰਕਰਸ ਐਸੈਂਸ਼ੀਅਲ ਦੇ ਵਿੱਚ ਜਿਹੜੇ ਆਉਂਦੇ ਆ, ਉਹਨਾਂ ਦਾ 20,000 ਦਾ ਕੋਟਾ ਸੀ ਤੇ ਅਜੇ ਤੱਕ 5,000 ਨਹੀਂ ਪੂਰਾ ਹੋ ਸਕਿਆ। ਅੱਛਾ। ਸੋ ਮੇਰਾ ਕਹਿਣ ਦਾ ਭਾਵ ਇਹ ਆ ਕਿ ਹੈਲਥ ਕੇਅਰ ਵਰਕਰਸ ਦੀ ਬਹੁਤ ਜ਼ਿਆਦਾ ਡਿਮਾਂਡ ਆ, ਸਪੈਸ਼ਲੀ ਇਸ ਪੈਂਡੇਮਿਕ ਦੇ ਵਿੱਚ, ਸਪੈਸ਼ਲੀ ਨਰਸਿਸ। ਠੀਕ ਹੈ। ਹੋਰ ਕਾਫੀ ਨਰਸਿਸ ਐਸੇ ਨੇ ਜਿਹੜੇ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ ਕਿਸੇ PNP ਦੇ ਵਿੱਚ ਨਹੀਂ ਕੁਆਲੀਫਾਈ ਕਰ ਪਾ ਰਹੇ ਨੇ ਜੀ। ਸੋ ਉਹਨਾਂ ਲਈ ਬੈਸਟ ਆਪਸ਼ਨ ਹੈ ਇਸ ਟਾਈਮ ਕਿ ਸਟੱਡੀ ਪਰਮਿਟਸ ਅਪਲਾਈ ਕਰੋ। ਉਹਦਾ ਰੀਜ਼ਨ ਆ ਕਿਉਂਕਿ ਅਗਰ ਤੁਸੀਂ ਨਰਸ ਹੋ, ਤੁਸੀਂ ਸਟੱਡੀ ਪਰਮਿਟ ਅਪਲਾਈ ਕਰ ਰਹੇ ਹੋ, ਸਰਕਾਰ ਨੂੰ ਪਤਾ ਹੈ ਕਿ ਇਸ ਬੰਦੇ ਨੇ ਜਦੋਂ ਪੜ੍ਹਾਈ ਖਤਮ ਹੋਣੀ ਹੈ, ਇਹਨਾਂ ਦੀ 2 ਸਾਲ ਦੀ ਪੜ੍ਹਾਈ ਖਤਮ ਹੋਣੀ ਹੈ, 3 ਸਾਲ ਦਾ ਪੋਸਟ ਗ੍ਰੈਜੂਏਸ਼ਨ ਵਰਕ ਪਰਮਿਟ ਮਿਲਣਾ, ਤੇ ਇਹ ਉਹਨਾਂ ਦਾ ਇੱਕ ਹੈਲਥ ਕੇਅਰ ਐਸੈਟ ਆ। ਇਸ ਬੰਦੇ ਨੇ ਬਾਅਦ ਵਿੱਚ ਹੈਲਥ ਕੇਅਰ ਇੰਡਸਟਰੀ 'ਚ ਜਾਊਗਾ। ਸੋ ਦ ਪੁਆਇੰਟ ਇਜ਼ ਕਿ ਤੁਸੀਂ ਅਗਰ ਨਰਸਿਸ ਹੋ ਜਾਂ ਹੈਲਥ ਕੇਅਰ ਦੇ ਵਿੱਚ ਹੋ ਤਾਂ ਇਸ ਓਪਰਚੁਨਿਟੀ ਨੂੰ ਯੂਜ਼ ਕਰੋ, ਕਿਉਂਕਿ ਇਸ ਪੈਂਡੇਮਿਕ ਦੇ ਵਿੱਚ ਇਹ ਜਿਹੜਾ ਹੈਲਥ ਕੇਅਰ ਇੰਡਸਟਰੀ ਨੂੰ ਇੱਕ ਤਰੀਕੇ ਦੇ ਨਾਲ ਬੂਮ ਕਹਿ ਸਕਦਾ ਮੈਂ, ਕਿ ਹਰੇਕ ਇੰਨੀ ਜ਼ਿਆਦਾ ਡਿਮਾਂਡ ਆ ਤੇ ਉਹ ਡਿਮਾਂਡ ਪੂਰੀ ਹੋ ਹੀ ਨਹੀਂ ਪਾ ਰਹੀ ਆ। ਅੱਜ ਤੋਂ ਕੁਝ ਦਿਨ ਪਹਿਲਾਂ ਓਨਟਾਰੀਓ ਦੀ ਐਗਜ਼ਾਮਪਲ ਦੇਣ ਲੱਗਿਆ ਮੈਂ ਤੁਹਾਨੂੰ ਕਿ ਪ੍ਰੀਮੀਅਰ TV ਦੇ ਉੱਤੇ ਆ ਕੇ ਕਹਿ ਰਿਹਾ ਆ ਕਿ ਅਗਰ ਕਿਸੇ ਵੀ ਪ੍ਰੋਵਿੰਸ ਕੋਲੇ ਐਕਸਟਰਾ ਹੈਲਥ ਕੇਅਰ ਵਰਕਰਸ ਨੇ ਤਾਂ ਸਾਨੂੰ ਬਹੁਤ ਜ਼ਿਆਦਾ ਲੋੜ ਆ, ਪਲੀਜ਼ ਸਾਨੂੰ ਭੇਜੋ। ਸੋ ਹਰੇਕ ਪ੍ਰੋਵਿੰਸ ਦੀ ਇਸ ਟਾਈਮ ਲੋੜ ਆ। ਇਸ ਲੋੜ ਦਾ ਫਾਇਦਾ ਉਠਾਉਣਾ ਚਾਹੀਦਾ ਆ। ਕਾਫੀ ਲੋਕ ਮੈਨੂੰ ਇਹ ਸਵਾਲ ਕਰਦੇ ਨੇ ਕਿ ਇਸ ਪੈਂਡੇਮਿਕ ਦੇ ਵਿੱਚ ਇਹ ਨਹੀਂ ਪਤਾ ਕਿ ਅਸੀਂ ਟਰੈਵਲ ਕਰ ਸਕਾਂਗੇ ਕਿ ਨਹੀਂ ਕਰ ਸਕਾਂਗੇ, ਤੇ ਕੀ ਸਾਨੂੰ ਫਾਈਲਿੰਗ ਹੁਣ ਲਾਣੀ ਚਾਹੀਦੀ ਹੈ ਕਿ 3-4 ਮਹੀਨੇ ਰੁਕ ਕੇ ਲਾਣੀ ਚਾਹੀਦੀ ਹੈ। ਜੀ। ਮੈਂ ਹਰੇਕ ਨੂੰ ਇਹ ਗੱਲ ਕਹਿੰਦਾ ਕਿ ਦੇਖੋ, ਜਿਸ ਦਿਨ ਬਾਰਡਰਸ ਖੁੱਲ ਗਏ ਜੀ, ਉਸ ਦਿਨ ਅਨਲਿਮਿਟਿਡ ਬੱਚਾ ਆ। ਪਿਛਲੇ 2 ਸਾਲ ਦਾ ਅੱਕਿਆ ਹੋਇਆ ਜਵਾਕ ਜਿਹੜਾ ਵੇਟ ਕਰਦਾ ਪਿਆ ਕਿ ਕਦੋਂ ਬਾਰਡਰਸ ਖੁੱਲਣ, ਕਦੋਂ ਮੈਂ ਫਾਈਲਿੰਗ ਲਾਵਾਂ। ਹਰੇਕ ਬੰਦੇ ਨੇ ਕਦੋਂ ਫਾਈਲਿੰਗ ਲਾਉਣੀ ਹੈ। ਸੋ ਕੰਪੀਟੀਸ਼ਨ ਵਿਲ ਬੀ ਟੂ ਹਾਈ। ਸੋ ਅੱਜ ਦੀ ਡੇਟ ਦੇ ਉੱਤੇ ਹਾਂ ਇਹ ਪੋਸੀਬਲ ਆ ਕਿ ਤੁਹਾਨੂੰ ਹੋ ਸਕਦਾ ਕਿ ਆਪਣਾ 1 ਸਮੈਸਟਰ ਜਾਂ 2 ਸਮੈਸਟਰ ਆਪਣੇ ਵਤਨ 'ਚ ਬੈਠ ਕੇ ਕਰਨੇ ਪੈਣ, ਬਟ ਹਾਊ ਡਜ਼ ਇਟ ਮੇਕ ਅ ਡਿਫਰੈਂਸ? ਕਿਉਂਕਿ ਕੈਨੇਡਾ ਦੀ ਸਰਕਾਰ ਆਲਰੇਡੀ ਅਨਾਉਂਸ ਕਰ ਚੁੱਕੀ ਆ ਕਿ ਅਗਰ ਤੁਸੀਂ ਆਪਣੇ ਵਤਨ 'ਚ ਬੈਠ ਕੇ ਵੀ ਪੜ੍ਹਾਈ ਕਰਦੇ ਪਏ ਹੋ, ਉਹ ਟਾਈਮ ਪੀਰੀਅਡ ਤੁਹਾਡਾ ਕੈਨੇਡਾ ਦੇ ਵਿੱਚ ਹੀ ਕਾਊਂਟ ਕੀਤਾ ਜਾਊਗਾ ਅਤੇ ਤੁਹਾਨੂੰ ਪੂਰਾ ਦਾ ਪੂਰਾ ਵਰਕ ਪਰਮਿਟ ਦਿੱਤਾ ਜਾਊਗਾ। ਸੋ ਮੇਰੇ ਕਹਿਣ ਦਾ ਮਤਲਬ ਹੈ ਕਿ ਇਸ ਮੌਕੇ ਦਾ ਵੀ ਫਾਇਦਾ ਉਠਾਉਣ ਦੀ ਲੋੜ ਆ। ਅੱਜ ਦੀ ਡੇਟ ਦੇ ਉੱਤੇ ਐਪਲੀਕੇਸ਼ਨਸ ਥੋੜੀਆਂ ਨੇ, ਜਿੰਨੇ ਜ਼ਿਆਦਾ ਲੋਕੀ ਇਸ ਟਾਈਮ ਦਾ ਫਾਇਦਾ ਉਠਾਉਣਗੇ। ਹੋਰ ਇਹ ਗੱਲ ਤੁਸੀਂ ਮੇਰੀ ਨੋਟ ਕਰ ਲਓ ਕਿ 30 ਮਈ ਨੂੰ ਆਪਾਂ ਇਹ ਗੱਲ ਕੀਤੀ ਸੀਗੀ। ਆਪਾਂ ਜਿਸ ਦਿਨ ਬਾਰਡਰ ਖੁੱਲ ਗਏ ਉਸ ਤੋਂ 2 ਜਾਂ 3 ਮਹੀਨੇ ਬਾਅਦ ਇਸੀ ਇੰਟਰਵਿਊ ਨੂੰ ਦੁਬਾਰਾ ਤੋਂ ਚਲਾ ਲਿਓ ਐਂਡ ਯੂ ਵਿਲ ਸੀ ਕਿ ਕੀ ਮਾਹੌਲ ਹੁੰਦਾ ਹੈ। ਕਿਉਂਕਿ ਆਈ ਨੋ ਦਿਸ, ਮੇਰੇ ਨਾਲ ਇੰਨੇ ਸਟੂਡੈਂਟਸ ਇਨ ਟੱਚ ਨੇ, ਮੈਨੂੰ ਪਤਾ ਹੈ ਕਿ ਦੁਨੀਆ ਭਰ ਦੇ ਲੋਕ ਇਸ ਪੈਂਡੇਮਿਕ ਦੇ ਖਤਮ ਹੋਣ ਦੀ ਵੇਟ ਕਰ ਰਹੇ ਤੇ ਹਰੇਕ ਬੰਦੇ ਨੇ ਕੈਨੇਡਾ ਪਹਿਲੀ ਡੈਸਟੀਨੇਸ਼ਨ ਆ ਹਰੇਕ ਬੰਦੇ ਦੀ। ਸੋ ਇੱਧਰ ਨੂੰ ਆਉਣਾ, ਸੋ ਉਹਦਾ ਇਸ ਮੌਕੇ ਦਾ ਫਾਇਦਾ ਉਠਾਓ। ਅਤੇ ਜਿਹੜੇ ਸਪੈਸ਼ਲੀ ਹੈਲਥ ਕੇਅਰ ਵਰਕਰਸ ਨੇ ਜਾਂ ਸਟੱਡੀ ਪਰਮਿਟਸ ਜਿਨ੍ਹਾਂ ਨੇ ਅਪਲਾਈ ਕਰਨੇ ਆ, ਕਿ ਅੱਜ ਦੀ ਡੇਟ ਦੇ ਉੱਤੇ ਅਗਰ PR ਦੇ ਆਪਸ਼ਨ ਜ਼ਿਆਦਾ ਨਹੀਂ ਖੁੱਲੇ, ਅਗਰ ਸਿਰਫ PNPs ਹੀ ਇੱਕ ਆਪਸ਼ਨਸ ਨੇ, ਐਕਸਪ੍ਰੈਸ ਐਂਟਰੀ ਦੇ ਵਿੱਚ ਡਰਾਜ਼ ਨਹੀਂ ਕੱਢਦੇ ਪਏ ਹੈਗੇ ਆਊਟਸਾਈਡ ਬਾਰਡਰ ਦੇ, ਆਊਟਸਾਈਡ ਕੈਨੇਡਾ ਦੇ, ਤਾਂ ਐਵਲੇ ਜਿਹੜੇ ਜੋ ਚੀਜ਼ਾਂ ਹੋ ਸਕਦੀਆਂ ਨੇ ਉਹਨਾਂ ਦਾ ਬੈਨੀਫਿਟ ਉਠਾ ਕੇ ਆਪਣਾ ਜਿਹੜਾ ਟਾਈਮ ਵੇਸਟ ਕਰਨ ਨਾਲੋਂ ਇਹ ਟਾਈਮ ਨੂੰ ਯੂਜ਼ ਕਰਕੇ ਪਰਮਨੈਂਟ ਰੈਜ਼ੀਡੈਂਸੀ ਵਾਲੇ ਪਾਸੇ ਨੂੰ ਤੁਰਨਾ ਸ਼ੁਰੂ ਕਰੋ। ਜਿਹੜਾ ਤੁਸੀਂ ਹੈਲਥ ਕੇਅਰ ਵਰਕਰ ਦੀ ਗੱਲ ਕੀਤੀ ਹੈ ਔਰ ਇੰਨੀ ਉਹਦੀ ਡਿਮਾਂਡ ਹੈ,
ਉਹਦੀ ਬੇਸਿਕ ਕੀ ਕੁਆਲੀਫਿਕੇਸ਼ਨ ਹੋਣੀ ਚਾਹੀਦੀ ਹੈ, +2 ਹੋਣਾ ਚਾਹੀਦਾ ਬੱਚਾ ਜਾਂ ਗ੍ਰੈਜੂਏਟ ਹੋਣਾ ਚਾਹੀਦਾ ਹੈ, ਜਾਂ ਉਹਨੂੰ ਕੋਈ ਨਰਸਿੰਗ ਦਾ ਐਕਸਪੀਰੀਅੰਸ ਜਾਂ ਉਹਨੂੰ ਕਿਸੇ ਹੋਰ ਕੋਈ ਕੋਰਸ ਬੇਸਿਕ ਉਹਨੇ ਕੀਤਾ ਹੋਵੇ, ਤਾਂ ਕਿ ਸਾਡੇ ਦਰਸ਼ਕ ਇਹ ਗੱਲ ਸਮਝ ਸਕਣ ਵੀ ਜਿਹੜੇ ਬੱਚੇ +2 ਕਰਕੇ ਜਾਂ ਗ੍ਰੈਜੂਏਸ਼ਨ ਕਰਕੇ ਕੁਝ ਹੋਰ ਕਰਨ ਦੀ ਸੋਚ ਰਹੇ ਸੀ ਹਲੇ, ਜਾਂ ਡਿਸਾਈਡ ਹੀ ਨਹੀਂ ਕੀਤਾ ਫਿਊਚਰ ਆਪਣਾ ਵੀ ਕਿੱਧਰ ਜਾਣਾ ਹੈ, ਕਿੱਧਰ ਅਸੀਂ ਐਡਮਿਸ਼ਨ ਲੈਣੀ ਹੈ, ਉਹ ਇਸ ਪਾਸੇ ਜਾ ਸਕਦੇ। ਸੋ ਜਿਹੜੇ ਸਾਡੇ ਸਰੋਤੇ ਨੇ, ਜਿਵੇਂ ਅਸੀਂ ਪਹਿਲਾਂ ਫੇਸਬੁੱਕ ਤੇ YouTube ਲਿੰਕ ਦੀ ਗੱਲ ਕੀਤੀ ਹੈਗੀ, ਅਗਰ ਉਹਨਾਂ ਚੈਨਲ ਤੇ ਜਾਂਦੇ ਨੇ ਦੇ ਵੁੱਡ ਸੀ ਕਿ ਕਾਫੀ ਐਸੇ ਸਟੂਡੈਂਟ ਸਾਡੇ, ਕਾਫੀ ਐਸੇ ਕਲਾਇੰਟ ਸਾਡੇ ਜਿਨ੍ਹਾਂ ਨੂੰ 10-10 12-12 ਸਾਲ ਦਾ ਐਕਸਪੀਰੀਅੰਸ ਸੀਗਾ ਐਜ਼ ਅ ਨਰਸ, ਤੇ ਉਹਨਾਂ ਨੂੰ ਅਸੀਂ ਹੁਣੇ ਰੀਸੈਂਟਲੀ ਸਟੱਡੀ ਪਰਮਿਟਸ ਦਵਾ ਕੇ ਹਟੇ ਆ। ਸੋ ਅਗਰ ਤੁਸੀਂ ਸਟੱਡੀ ਪਰਮਿਟ ਦੀ ਗੱਲ ਕਰ ਰਹੇ ਹੈਗੇ ਹੋ ਤਾਂ ਆਈ ਵੁੱਡ ਸੇ ਕਿ ਸਭ ਤੋਂ ਜ਼ਿਆਦਾ ਜਿਹੜਾ ਡਿਮਾਂਡਿੰਗ ਆਕੂਪੇਸ਼ਨ ਅੱਜ ਦੀ ਡੇਟ ਦੇ ਉੱਤੇ ਉਹ ਨਰਸਿਸ ਦਾ ਆ। ਸੋ ਨਰਸਿਸ ਸਭ ਤੋਂ ਜ਼ਿਆਦਾ ਡਿਮਾਂਡਿੰਗ ਆਕੂਪੇਸ਼ਨ ਆਉਂਦੀਆਂ ਨੇ, ਭਾਵੇਂ ਉਹ GNM ਹੋਣ, ਭਾਵੇਂ ਉਹ BSc ਨਰਸਿੰਗ ਹੋਣ। ANM ਵੀ ਅਗਰ ਉਹ 12ਵੀਂ ਤੋਂ ਬਾਅਦ ਚੋਂ ਆਉਂਦਾ, ਕਾਫੀ ਲੋਕ ਨਰਸਿੰਗ ਦੇ ਕੁਝ ਸਮਾਲ ਡਿਪਲੋਮਾਸ 10ਵੀਂ ਤੋਂ ਬਾਅਦ ਚੋਂ ਕਰਦੇ, ਨਾਟ ਦੋਸ, ਬਟ ਹਾਂ ਅਗਰ 12ਵੀਂ ਤੋਂ ਬਾਅਦ ਚੋਂ ਹਾਂ ਆਈਲੈਟਸ ਦਾ ਸਕੋਰ ਸਹੀ ਹੋਵੇ ਤਾਂ I can say कि highest chance of getting study permit are for those ਜਿਹੜੇ nurses ਨੇ। nurses ਅੱਖਾਂ ਮੀਟ ਕੇ ਫਾਈਲਿੰਗ ਕਰ ਸਕਦੇ ਨੇ, ਹਾਂ ਡਾਕੂਮੈਂਟੇਸ਼ਨ ਕੰਪਲੀਟ ਕਰਨ, ਆਈਲੈਟਸ 'ਚ ਵਧੀਆ ਸਕੋਰ ਲੈਣ। This will be the best way for them to get study permit and then permanent residency. ਠੀਕ ਹੈ ਜੀ, ਉਮੀਦ ਕਰਦੇ ਹਾਂ ਸਾਰੇ ਸਾਡੇ ਦਰਸ਼ਕ ਅੱਜ ਸੰਦੀਪ ਜੀ ਦੇ ਜੋ ਇਹਨਾਂ ਨੇ ਟਿਪਸ ਦਿੱਤੇ ਨੇ ਉਸ ਦਾ ਫਾਇਦਾ ਉਠਾਉਣਗੇ। ਔਰ ਮੈਂ ਸਮ ਅਪ ਕਰ ਦਿੰਦਾ, ਮੈਂ ਆਪਣੇ ਦਰਸ਼ਕਾਂ ਨੂੰ ਸਮ ਅਪ ਕਰ ਦਿੰਦਾ ਸਾਰੀ ਗੱਲਬਾਤ ਜਿਹੜੀ ਸੰਦੀਪ ਜੀ ਨਾਲ ਹੋਈ ਹੈ। ਪਹਿਲੇ ਨੰਬਰ ਤੇ ਕਿ ਤੁਸੀਂ ਜਿਹੜਾ ਹਿੰਦੁਸਤਾਨ ਦਾ ਕੋਈ ਆਥੋਰਾਈਜ਼ਡ ਹੈਗਾ ਕੰਸਲਟੈਂਟ, ਉਹ ਕੈਨੇਡਾ ਦੇ ਵਿੱਚ ਉਹਨੂੰ ਕੋਈ ਮਾਨਤਾ ਪ੍ਰਾਪਤ ਨਹੀਂ ਹੈ। ਕੈਨੇਡਾ ਦਾ ਜਿਹੜਾ ਆਥੋਰਾਈਜ਼ਡ ਹੈ, ਗੌਰਮੈਂਟ ਵੱਲੋਂ ਆਥੋਰਾਈਜ਼ਡ ਕੰਸਲਟੈਂਟ ਹੈ, ਉਹਦੀ ਹੀ ਉੱਥੇ ਲੀਗਲ ਵੈਲਿਊ ਹੈ, ਲੀਗਲ ਆਇਡੈਂਟੀਟੀ ਹੈ, ਤੇ ਉਹੀ ਤੁਹਾਡੀ ਕੈਨੇਡਾ ਦੇ ਵਿੱਚ ਮਦਦ ਕਰ ਸਕਦਾ ਹੈ। ਦੂਸਰਾ, ਜਿਹੜਾ ਹੈਲਥ ਵਰਕਰਸ ਦੀ ਇਸ ਵੇਲੇ ਬਹੁਤ ਜ਼ਿਆਦਾ ਸਖਤ ਲੋੜ ਹੈ ਉੱਥੇ, ਔਰ ਜਿਹੜੇ ਬੱਚਿਆਂ ਨੇ ਹਲੇ ਡਿਸਾਈਡ ਨਹੀਂ ਕੀਤਾ +2 ਤੋਂ ਬਾਅਦ ਕੀ ਕਰਨਾ ਹੈ, ਉਹ ਹੈਲਥ ਵਾਲੇ ਪਾਸੇ ਜਾ ਸਕਦੇ ਨੇ ਔਰ ਇਸ ਓਪਰਚੁਨਿਟੀ ਦਾ ਫਾਇਦਾ ਉਠਾ ਸਕਦੇ ਨੇ ਔਰ ਐਡਮਿਸ਼ਨ ਲੈ ਸਕਦੇ ਨੇ ਸਟੂਡੈਂਟ ਵੀਜ਼ਾ ਤੇ। ਔਰ ਬੇਸ਼ੱਕ ਚਾਹੇ 1 ਸਾਲ ਬਾਅਦ ਖੁੱਲੇ ਉੱਥੇ ਬਾਰਡਰਸ ਖੁੱਲਣ, ਫਲਾਈਟਸ ਅਲਾਓ ਹੋਣ, ਜਾਂ 6 ਮਹੀਨੇ ਬਾਅਦ ਹੋ ਜਾਣ, ਪਰ ਤੁਹਾਡੀ ਜਿਹੜੀ ਸਟੱਡੀ ਹੈ, ਤੁਹਾਡਾ ਟਾਈਮ ਵੇਸਟ ਨਹੀਂ ਹੋਏਗਾ ਔਰ ਤੁਸੀਂ ਇੱਥੇ ਬੈਠ ਕੇ ਹੀ ਆਪਣੀ ਸਟੱਡੀ ਸ਼ੁਰੂ ਕਰ ਸਕਦੇ ਹੋ। ਤੀਸਰਾ, ਜਿਹੜਾ ਵੈਬਿਨਾਰ ਇਹ ਕਰਨ ਜਾ ਰਹੇ ਨੇ ਬੁੱਧਵਾਰ ਨੂੰ 8 ਵਜੇ ਕੈਨੇਡਾ ਦੇ ਟਾਈਮ ਦੇ ਹਿਸਾਬ ਨਾਲ, ਉਹ ਸਾਰੇ ਦਰਸ਼ਕ ਜ਼ਰੂਰ ਅਟੈਂਡ ਕਰਨ ਤਾਂ ਕਿ ਜੋ ਤੁਹਾਡੀਆਂ ਕੁਐਰੀਜ਼ ਨੇ, ਜੋ ਤੁਹਾਨੂੰ ਦਿੱਕਤਾਂ ਨੇ, ਉਹ ਇਹ ਵੱਧ ਤੋਂ ਵੱਧ ਉਹਨਾਂ ਨੂੰ ਕਲੈਰੀਫਾਈ ਕਰਨ ਦੀ ਕੋਸ਼ਿਸ਼ ਕਰਨਗੇ। ਅਗਰ ਤੁਹਾਡੀਆਂ ਨਹੀਂ ਹੁੰਦੀਆਂ, ਅਸੀਂ ਸੰਦੀਪ ਜੀ ਨਾਲ ਅਗਲੇ ਪ੍ਰੋਗਰਾਮ 'ਚ ਤੁਹਾਡੀਆਂ ਕੁਐਰੀਜ਼ ਲੈ ਸਕਦੇ ਹਾਂ, ਡਿਸਕਸ ਕਰ ਸਕਦੇ ਹਾਂ ਔਰ ਤੁਹਾਨੂੰ ਹੱਲ ਅਸੀਂ ਦੇ ਸਕਦੇ ਹਾਂ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ। ਸੰਦੀਪ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦਾ। ਥੈਂਕ ਯੂ ਸੋ ਮਚ। ਇੱਕ ਚੀਜ਼ ਲਾਸਟ ਜ਼ਰੂਰ ਐਡ ਕਰਨਾ ਚਾਹਾਂਗਾ ਕਿ ਜਿਹੜਾ ਵੈਬਿਨਾਰ ਆ ਉਸ ਦੇ ਵਿੱਚ ਤੁਹਾਡਾ ਹਰੇਕ ਸਵਾਲ ਜਿਹੜਾ ਆ, ਸੋ ਯੂ ਕੈਨ ਆਸਕ ਅਸ ਕੁਐਸਚਨਸ ਲਾਈਵ, ਤੇ ਉੱਥੇ ਵੈਬਿਨਾਰ ਦੇ ਵਿੱਚ ਤੁਹਾਨੂੰ ਲਾਈਵ ਆਨਸਰਸ ਮਿਲਣਗੇ। ਸੋ ਇਦਾਂ ਨਹੀਂ ਹੈ ਕਿ ਲੈਕਚਰ ਕਿ ਕਿਸੇ ਨੇ ਲੈਕਚਰ ਕੀਤਾ ਤੇ ਚਲਾ ਗਿਆ। ਸੋ ਅਸੀਂ ਉੱਥੇ ਐਕਚੁਅਲ ਉਸ ਵੈਬਿਨਾਰ ਦੇ ਵਿੱਚ ਤੁਹਾਡੇ ਸਵਾਲਾਂ ਦੇ ਜਵਾਬ ਦੇਣ ਲਈ ਆ ਰਹੇ ਹੈਗੇ ਆ। ਤੁਸੀਂ ਕੋਈ ਵੀ ਸਵਾਲ ਜਿਹੜਾ ਇਮੀਗ੍ਰੇਸ਼ਨ ਰਿਲੇਟਡ, ਖਾਸ ਕਰਕੇ ਬੁੱਧਵਾਰ ਵਾਲਾ ਤਾਂ ਸਿਰਫ ਸਟੱਡੀ ਪਰਮਿਟਸ ਨੂੰ ਲੈ ਕੇ ਅਗਰ ਹੈਗਾ ਆ, ਤੇ ਸਾਡੀ ਟੀਮ ਵਿਲ ਬੀ ਆਨਸਰਿੰਗ ਕੁਐਸਚਨਸ ਰਾਈਟ ਅਵੇ। ਉਸੇ ਮੌਕੇ ਦੇ ਉੱਤੇ ਤੁਹਾਨੂੰ ਹਰੇਕ ਸਵਾਲ ਦਾ ਜਵਾਬ ਮਿਲੇਗਾ। ਜੀ, ਥੈਂਕ ਯੂ, ਬਹੁਤ ਬਹੁਤ ਧੰਨਵਾਦ।